ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਆਪ ਜੀ ਦਾ ਹੋਸਟ ਰਣਜੀਤ ਸਿੰਘ ਆਨੰਦ। ਪ੍ਰੋਗਰਾਮ ਲੈ ਕੇ ਸਾਂਝੀ ਆਵਾਜ਼ ਤੁਹਾਡੇ ਰੂਬਰੂ ਇੱਕ ਵਾਰੀ ਫੇਰ ਦੁਬਾਰਾ ਹਾਜ਼ਰ ਹੋ ਚੁੱਕਾ ਹਾਂ। ਅਤੇ ਅੱਜ ਦਾ ਇਸ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਲੈ ਕੇ ਸੰਗਤਾਂ ਦੇ ਰੂਬਰੂ ਹਾਜ਼ਰ ਹੋਏ ਆ ਸਿੱਖ ਚੈਨਲ ਦੇ ਜ਼ਰੀਏ ਕਿ ਇੱਕ ਤਾਂ ਗੁਰੂ ਮਹਾਰਾਜ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਜਿਨ੍ਹਾਂ ਦਾ ਹਜੇ ਤੱਕ ਕੋਈ ਹੱਲ ਨਾ ਅਕਾਲੀ ਸਰਕਾਰ ਨਾ ਕਾਂਗਰਸ ਸਰਕਾਰ ਵੱਲੋਂ ਕੋਈ ਨਤੀਜਾ ਨਿਕਲਿਆ। ਅਤੇ ਉਸ ਤੋਂ ਬਾਅਦ ਨਾਲ ਹੀ ਜਿਵੇਂ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀਆਂ ਕਿ ਉੱਥੇ ਚੋਣਾਂ ਦਾ ਮਾਹੌਲ ਸੀ ਉਹ ਵੀ ਕਾਫੀ ਤਣਾਅਪੂਰਨ ਜਿਹੜਾ ਹੈਗਾ ਉਹ ਵੀ ਉੱਥੇ ਬਤੀਤ ਹੋਇਆ, ਕਿਉਂਕਿ ਕਾਂਗਰਸ ਸਰਕਾਰ ਵੱਲੋਂ ਵੀ ਕੋਈ ਉਹਦੇ 'ਤੇ ਐਕਸ਼ਨ ਨਹੀਂ ਲਿਆ ਗਿਆ। ਅਕਾਲੀ ਸਰਕਾਰ ਵੱਲੋਂ ਵੀ ਜਾਂ ਕਾਂਗਰਸੀ ਜਿਹੜੇ ਉੱਥੇ ਦੇ ਹੈਗੇ ਵਲੰਟੀਅਰ ਸਨ ਉਹਨਾਂ ਨੇ ਵੀ ਜਿਹੜੀ ਉੱਥੇ ਤੋੜ ਭੰਨ ਕੀਤੀ। ਵੋਟਾਂ ਦੇ ਵਿੱਚ ਜਿਹੜੇ ਬੂਥ ਬਣੇ ਸਨ ਉੱਥੇ ਵੀ ਤੋੜ ਭੰਨ ਕੀਤੀ ਜਾਂ ਜਾਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀਆਂ। ਇਹ ਇਲਜ਼ਾਮ ਜਿਹੜੇ ਹੈਗੇ ਆ ਇੱਕ ਦੂਜੇ ਦੇ ਉੱਤੇ ਲੱਗੇ ਹਨ। ਅਤੇ ਜਿਵੇਂ ਕਿ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹਨਾਂ ਵੀਡੀਓ ਨੂੰ ਜਿਹੜੇ ਵਾਇਰਲ ਹੋਈਆਂ ਨੇ ਪਾਈਆਂ ਹੋਈਆਂ ਪੋਸਟਾਂ ਨੇ ਸਾਰਿਆਂ ਨੇ ਚੈੱਕ ਵੀ ਕੀਤੀਆਂ ਹੋਣਗੀਆਂ। ਉਹਨਾਂ ਦੀ ਜਿਹੜੀ ਸੱਚਾਈ ਹੈ ਉਹ ਆਪਣੇ ਸਵਾਲਾਂ ਦੇ ਜ਼ਰੀਏ ਜਿਹੜੇ ਉੱਥੇ ਦੇ ਜ਼ਿੰਮੇਵਾਰ ਜਿਹੜੇ ਹੈ ਨੇ ਉਹਨਾਂ ਦੇ ਕੋਲ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਅੱਜ ਮੇਰਾ ਸਾਥ ਦੇਣ ਵਾਸਤੇ ਖੁਸ਼ਵਿੰਦਰ ਕੌਰ ਜੀ ਉਹ ਵੀ ਹਾਜ਼ਰ ਨੇ ਸਟੂਡੀਓ ਦੇ ਵਿੱਚ, ਅਤੇ ਨਾਲ ਹੀ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਸੁਜਾਨ ਸਿੰਘ ਜੀ ਜਿਹੜੇ ਕਿ ਲੈਸਟਰ ਤੋਂ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇੱਥੇ ਪਹੁੰਚੇ ਨੇ, ਅਤੇ ਨਾਲ ਹੀ ਸਰਬਜੀਤ ਸਿੰਘ ਜੀ ਉਹ ਜਲੰਧਰ ਤੋਂ ਉਹ ਵੀ ਇੱਥੇ ਆਏ ਹੋਏ ਸਨ ਅਤੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਦਾਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਅਤੇ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਹੀ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਨਾਲ ਇਹ ਵਿਰਸਾ ਸਿੰਘ ਜੀ ਵਲਟੋਆ ਜੋ ਕਿ ਸੀਨੀਅਰ ਅਕਾਲੀ ਇਹ ਨੇਤਾ ਵੀ ਰਹਿ ਚੁੱਕੇ ਨੇ ਅਤੇ ਅਕਾਲੀ ਸਰਕਾਰ ਦੇ ਟਾਈਮ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉੱਥੇ ਦੇ ਜਿਹੜੇ ਹਾਲਾਤ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਬਣੇ ਹੋਏ ਨੇ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਅਤੇ ਕੀ ਹਾਲਾਤ ਨੇ ਇਸ ਵੇਲੇ। ਹੈਲੋ ਜੀ। ਹਾਂਜੀ 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 ਵਲਟੋਆ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਲਟੋਆ ਸਾਹਿਬ ਜੀ ਇਹ ਤੁਹਾਡੇ ਕੋਲ ਇਹੀ ਜਾਣਕਾਰੀ ਲੈਣਾ ਚਾਹੁੰਦੇ ਹਾਂ ਕਿ ਇਸ ਵੇਲੇ ਜਿਹੜੇ ਹੈਗੇ ਆ ਇਹ ਮੇਰੇ ਖਿਆਲ ਨਾਲ ਇੰਡੀਆ 9:30 ਦਾ ਟਾਈਮ ਹੋ ਚੁੱਕਾ ਹੋਇਆ, ਵੋਟਾਂ ਦਾ ਵੀ ਜਿਹੜਾ ਹੈਗਾ ਆ ਸਾਰਾ ਮਤਲਬ ਕਿ ਜੋ ਸੀ ਸਭ ਖਤਮ ਹੋ ਚੁੱਕੇ ਆ, ਅਤੇ ਕੀ ਹਾਲਾਤ ਕੀ ਸਨ ਉਸ ਟਾਈਮ ਦੇ ਵਿੱਚ ਜਦੋਂ ਸਵੇਰ ਦੇ ਜਦੋਂ ਵੋਟਾਂ ਸ਼ੁਰੂ ਹੋਈਆਂ ਨੇ? ਦੇਖੋ ਵੋਟਾਂ ਕੱਲ ਸੀਗੀਆਂ ਇੱਧਰ ਹਾਂਜੀ ਹਾਂਜੀ 19 ਸਤੰਬਰ ਨੂੰ, ਤੇ ਜੋ ਕੁਛ ਵੀ ਵਾਪਰਿਆ ਮੇਰੇ ਖਿਆਲ ਹੈ ਕਿ ਮੀਡੀਆ ਦੇ ਵਿੱਚ ਕਾਫੀ ਉਹਦੀ ਕਵਰੇਜ ਆ ਚੁੱਕੀ ਹੈ। ਹਾਂਜੀ ਇਹ ਕੋਈ ਜਿਹੜੀਆਂ ਚੋਣਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਾਂ ਬਲਾਕ ਸੰਮਤੀ ਦੀਆਂ ਕੋਈ ਬਾਹਲੀਆਂ ਅਹਿਮ ਨਹੀਂ ਹੁੰਦੀਆਂ ਪੋਲੀਟੀਕਲੀ। ਪਰ ਕਿ ਕਾਂਗਰਸ ਪਾਰਟੀ ਵਾਸਤੇ ਇਸ ਕਰਕੇ ਅਹਿਮ ਸੀ ਕਿ ਪੇਂਡੂ ਇਲਾਕੇ ਦੇ ਵਿੱਚ ਚੋਣਾਂ ਹੋ ਰਹੀਆਂ ਸੀ ਤੇ ਪੇਂਡੂ ਇਲਾਕੇ ਦੇ ਵਿੱਚ ਸਰਕਾਰ ਦੀ 1.5 ਪੌਣੇ 2 ਸਾਲ ਦੀ ਕਾਰਗੁਜ਼ਾਰੀ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਗੁੱਸਾ ਆਇਆ ਸਰਕਾਰ ਵੱਲੋਂ। ਅੱਛਾ ਜੀ। ਸਰਕਾਰ ਨੇ ਦਾਅਵੇ ਤੇ ਵਾਅਦੇ ਬੜੇ ਵੱਡੇ ਕੀਤੇ ਸੀ, ਚਾਹੇ ਉਹ ਕਰਜ਼ਾ ਮਾਫੀ ਦੀ ਗੱਲ ਹੈ, ਚਾਹੇ ਕਰ ਨੌਕਰੀ ਦੀ ਗੱਲ ਹੈ, ਸਮਾਰਟਫੋਨਾਂ ਦੀ ਗੱਲ ਹੈ, ਸ਼ਗਨ ਸਕੀਮ ਦੀ ਗੱਲ ਹੈ, ਬੁਢਾਪਾ ਪੈਨਸ਼ਨ ਦੀ ਗੱਲ ਹੈ, ਬੇਰੁਜ਼ਗਾਰ ਭੱਤੇ ਦੀ ਗੱਲ ਹੈ, ਜਾਂ ਜਿਹੜੀਆਂ ਹੋਰ ਵੈਲਫੇਅਰ ਸਕੀਮਸ ਦਾ ਇਹਨਾਂ ਨੇ ਐਲਾਨ ਕੀਤਾ ਸੀਗਾ ਕੁਛ ਵੀ ਨਹੀਂ ਕੀਤਾ। ਇੱਕ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੁਰੂਆਤ ਉਸ ਪੱਖੋਂ ਨਜ਼ਰ ਨਹੀਂ ਆਈ। ਸਭ ਉਲਟਾ ਲੋਕਾਂ ਦੇ ਉੱਤੇ ਕਈ ਤਰ੍ਹਾਂ ਦੇ ਬੋਝ ਹੈ, ਚਾਹੇ ਬਿਜਲੀ ਦੇ ਬਿੱਲਾਂ ਦੇ ਵਿੱਚ ਵਾਧਾ ਕੀਤਾ ਗਿਆ, ਚਾਹੇ ਟਰਾਂਸਪੋਰਟ ਦੇ ਜਿਹੜੇ ਰੇਟ ਨੇ ਉਹ ਵਧਾਏ ਗਏ ਨੇ, ਜਾਂ ਹਰ ਪੱਖੋਂ ਜਿਹੜੀ ਹੈ ਸਰਕਾਰ ਦੇ ਪ੍ਰਤੀ ਲੋਕਾਂ ਦੇ ਵਿੱਚ ਗੁੱਸਾ ਸੀਗਾ। ਤੇ ਲੋਕ ਜਦੋਂ ਅਜਿਹੀਆਂ ਚੋਣਾਂ ਆਉਂਦੀਆਂ ਨੇ ਫਿਰ ਗੁੱਸਾ ਥੋੜਾ ਬਹੁਤਾ ਦਿਖਾਉਂਦੇ ਨੇ। ਉਸ ਗੁੱਸੇ ਤੋਂ ਬਚਣ ਦੀ ਖਾਤਰ, ਉਸ ਰੋਹ ਤੋਂ ਬਚਣ ਦੀ ਖਾਤਰ ਸਰਕਾਰ ਨੇ ਜਿਹੜੀ ਮੌਜੂਦਾ ਸੱਤਾਧਾਰੀ ਧਿਰ ਹੈ ਕਾਂਗਰਸ ਪਾਰਟੀ, ਉਹਨਾਂ ਨੇ ਇਹੀ ਨਤੀਜਾ ਕੱਢਿਆ ਜਾਂ ਇਹੀ ਫੈਸਲਾ ਕੀਤਾ ਕਿ ਆਪਾਂ ਇਹਨਾਂ ਚੋਣਾਂ ਦੇ ਵਿੱਚ ਹਰ ਹੀਲੇ ਹਰ ਵਸੀਲੇ ਆਪਾਂ ਇਹਦੇ 'ਚ ਜਿੱਤ ਪ੍ਰਾਪਤ ਕਰਨੀ। ਪਹਿਲੀ ਤਾਂ ਗੱਲ ਹੈ ਕਿ ਤੁਸੀਂ ਕਦੇ ਨਹੀਂ ਵਾਪਰਿਆ ਪੰਜਾਬ 'ਚ ਕਿ ਜਦੋਂ ਨਾਮਜ਼ਦਗੀਆਂ ਉਮੀਦਵਾਰ ਕਰਦੇ ਨੇ ਤੇ ਉਹਨਾਂ ਨੂੰ ਜਿਹੜੇ BDPO ਆਫਿਸ ਆ ਉਹਦੇ ਵੱਲੋਂ NOC ਜਿਹੜਾ ਨੋ ਆਬਜੈਕਸ਼ਨ ਸਰਟੀਫਿਕੇਟ ਹੈ ਇੱਕੋ ਜਾਰੀ ਹੁੰਦਾ, ਤੇ ਚੁੱਲ੍ਹਾ ਟੈਕਸ ਜਿਹਨੂੰ ਹਾਊਸ ਟੈਕਸ ਵੀ ਕਹਿ ਦਿੰਦੇ ਆਪਾਂ, ਉਹਦੀ ਰਸੀਦ ਜਾਰੀ ਹੁੰਦੀ ਹੈ। ਤੇ ਫਿਰ ਜਿਹੜਾ ਕੋਈ ਵੀ ਉਮੀਦਵਾਰ ਹੈ ਉਹ ਆਪਦੀ ਨਾਮਜ਼ਦਗੀ ਭਰ ਸਕਦਾ ਹੈ। ਬਿਲਕੁਲ ਜਿਹੜਾ ਇਹਦੇ ਤੋਂ ਆਨਾਕਾਨੀ ਕੀਤੀ ਗਈ, ਦਿੱਤੇ ਹੀ ਨਹੀਂ ਗਏ।
ਬਾਹਲੀ ਥਾਈਂ। ਔਰ ਫਿਰ ਇਲੈਕਸ਼ਨ ਕਮਿਸ਼ਨ ਨੂੰ ਇਹ ਫੈਸਲਾ ਕਰਨਾ ਪਿਆ ਕਿ ਜਿਹੜਾ ਆ ਜੇ ਨਹੀਂ PDP ਆਫਿਸ ਕੋਆਪਰੇਟ ਕਰਦੇ ਸਰਕਾਰੀ ਦਬਾਅ ਦੇ ਥੱਲੇ ਤੇ ਉਹ ਇੱਕ ਐਫੀਡੇਵਿਟ ਦੇ ਦੇਣ ਤੇ ਨਾਲ ਸੈਲਫ ਡੈਕਲੇਰੇਸ਼ਨ ਜਿਹੜੀ ਲਾ ਕੇ ਆ ਉਹ ਆਪਦੇ ਨਾਮਜ਼ਦਗੀ ਪੇਪਰ ਦੇ ਦੇਣ ਤੇ ਅਸੀਂ ਜਿਹੜਾ ਆ ਉਹਨਾਂ ਨੂੰ ਅਸੈਪਟ ਕਰ ਲਵਾਂਗੇ। ਅੱਛਾ ਜੀ। ਚਲੋ ਉਹ ਜਿਹੜਾ ਆ ਲੋਕਾਂ ਨੇ ਕੀਤੇ ਔਰ ਲੋਕ ਕਾਗਜ਼ ਦਾਖਲ ਕਰਾਉਣ ਜਾਂਦੇ ਨੇ ਉੱਥੇ ਕਾਂਗਰਸ ਦੀਆਂ ਧਾੜਾਂ ਖੜੋਤੀਆਂ ਨੇ। ਉਹ ਜਿਹੜੀਆਂ ਬੀਬੀਆਂ ਵਿਚਾਰੀਆਂ ਉਮੀਦਵਾਰ ਨੇ ਬਾੜੀਆਂ ਖੜੋਤੇ ਉੱਥੇ ਫੜ ਕੇ ਕਾਗਜ਼ ਪਾੜ ਦਿੱਤੇ ਜਾਂਦੇ, ਨਾਮਜ਼ਦਗੀ ਹੋਣ ਹੀ ਨਹੀਂ ਦਿੱਤੀ ਜਾਂਦੀ। ਅੱਛਾ ਜਿਹੜੀਆਂ ਹੋ ਗਈਆਂ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਕਿ ਮੇਰੀ ਕੌਂਸਟੀਚੁਐਂਸੀ ਦੇ ਵਿੱਚ 2 ਬਲਾਕ ਸੰਮਤੀ ਪੈਂਦੀਆਂ ਨੇ, ਇੱਕ ਵਲਟੋਹਾ ਇੱਕ ਭਿੱਖੀਵਿੰਡ। ਅੱਛਾ ਜੀ। ਔਰ ਜਿਹੜੀ ਭਿੱਖੀਵਿੰਡ ਆ ਉਹਦੇ 'ਚ 24 ਜ਼ੋਨ ਨੇ ਤੇ 24 ਜ਼ੋਨਾਂ ਦੇ ਵਿੱਚੋਂ 19 ਦੇ ਕਾਗਜ਼ ਰੱਦ ਕਰ ਦਿੱਤੇ ਜਾਂਦੇ। ਜਿਹੜਾ ਵਲਟੋਹਾ ਬਲਾਕ ਸੰਮਤੀ ਆ ਉਹਦੇ 18 ਜ਼ੋਨ ਨੇ, 18 ਦੇ ਵਿੱਚੋਂ 15 ਦੇ ਰੱਦ ਕਰ ਦਿੱਤੇ ਜਾਂਦੇ, 3 ਰਹਿ ਜਾਂਦੇ ਆ। 45 ਚੋਂ 8 ਰਹਿ ਜਾਂਦੇ, 34 ਰੱਦ ਕਰ ਦਿੱਤੇ ਜਾਂਦੇ। 5 ਜ਼ਿਲ੍ਹਾ ਪ੍ਰੀਸ਼ਦ ਨੇ ਜ਼ੋਨ ਜਿਹੜੇ ਆ ਤੇ 5 ਦੇ 5 ਜਿਹੜੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਜਾਂਦੇ। ਅਜਿਹੇ ਹਾਲਾਤ ਜਿਹੜੇ ਆ ਇਹ ਵੱਖ-ਵੱਖ ਥਾਵਾਂ ਤੇ ਹੋਰ ਵੀ ਕਈ ਥਾਈਂ ਵਾਪਰਿਆ, ਜਿੱਥੇ ਕਈ ਥਾਵਾਂ ਤੇ ਅਕਾਲੀ ਦਲ ਨੂੰ ਚਾਹੇ ਗੁਰਦਾਸਪੁਰ ਹੈ, ਚਾਹੇ ਤਰਨਤਾਰਨ ਹੈ, ਚਾਹੇ ਪੱਟੀ ਹੈ, ਚਾਹੇ ਖੇਮਕਰਨ ਹੈ, ਜਾਂ ਗੁਰਦਾਸਪੁਰ ਦੀਆਂ ਹੋਰ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਉੱਤੇ ਬਾਈਕਾਟ ਵੀ ਕਰਨਾ ਪਿਆ, ਹੋਰਨਾਂ ਥਾਵਾਂ ਤੇ ਵੀ। ਤੇ ਉਸ ਤੋਂ ਬਾਅਦ ਜਿਹੜੇ ਉਮੀਦਵਾਰ ਰਹਿ ਜਾਂਦੇ ਨੇ ਤੇ ਉਹਨਾਂ ਨੂੰ ਡਰਾਇਆ ਜਾਂਦਾ ਹੈ ਕਿ ਤੁਹਾਡੀ ਜ਼ਰੂਰਤ ਕਿਵੇਂ ਪੈ ਗਈ, ਤੁਸੀਂ ਖੜੇ ਕਿਉਂ ਹੋ ਗਏ। ਹਾਂਜੀ, ਕਈ ਥਾਈਂ ਉਹਨਾਂ ਦੀ ਕੰਪੇਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਮਜੀਠੇ ਦੇ ਵਿੱਚ ਵੀ ਵਰਕਰਾਂ ਉੱਤੇ ਹਮਲੇ ਹੋਏ ਨੇ, ਉਮੀਦਵਾਰਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ, ਕੁੱਟਿਆ ਗਿਆ। ਇਸੇ ਤਰ੍ਹਾਂ ਹੀ ਹੋਰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਅਜਿਹੀਆਂ ਘਟਨਾਵਾਂ ਵਾਪਰੀਆਂ। ਫਿਰ ਅਖੀਰ ਜਿਹੜਾ 19 ਸਤੰਬਰ ਆ ਜਾਂਦੀ, ਚੋਣਾਂ ਵਾਲਾ ਦਿਨ ਆ ਜਾਂਦਾ ਹੈ। ਤੇ ਚੋਣਾਂ ਵਾਲੇ ਦਿਨ ਸਾਨੂੰ ਵੀ ਖਦਸ਼ਾ ਸੀਗਾ ਕਿ ਜਿਹੜੀ ਸੱਤਾਧਾਰੀ ਤੇ ਰਿਹਾ, ਜਿਹੜੀ ਕਾਂਗਰਸ ਪਾਰਟੀ ਆ, ਇਹ ਬੂਥ ਕੈਪਚਰਿੰਗ ਤੇ ਕੀਤੀ। ਜਿਹੜੇ ਅਕਾਲੀ ਦਲ ਦੇ ਪੋਲਿੰਗ ਬੂਥ ਸੀਗੇ ਬਾਹਰ ਲੱਗੇ ਹੋਏ, ਉਹ ਕਈ ਥਾਈਂ ਚੁਕਾਏ, ਅਕਾਲੀ ਵਰਕਰਾਂ ਨੂੰ ਭਜਾਇਆ, ਡਰਾਇਆ, ਧਮਕਾਇਆ। ਪੋਲਿੰਗ ਏਜੰਟ ਬਣੇ ਸੀ, ਉਹਨਾਂ ਨੂੰ ਬਾਹਰ ਕੱਢ ਕੇ ਜਿਹੜੀ ਬੂਥ ਕੈਪਚਰਿੰਗ ਕੀਤੀ। ਉਹਦੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਮੇਰਾ ਖਿਆਲ ਹੈ ਕਿ ਜਿਹੜੀਆਂ ਵੀਡੀਓਜ਼ ਨੇ ਉਹ ਵਾਇਰਲ ਵੀ ਹੋਈਆਂ ਨੇ। ਤੇ ਤੁਸੀਂ ਇੱਥੋਂ ਹੀ ਹਿਸਾਬ ਲਾ ਸਕਦੇ ਜੇ ਕਿ ਸਰ ਪ੍ਰਕਾਸ਼ ਸਿੰਘ ਬਾਦਲ ਆਪਣੀ ਸਵੇਰੇ ਵੋਟ ਪਾ ਕੇ ਘਰੇ ਚਲੇ ਜਾਂਦੇ ਨੇ ਆਪਦੇ ਬਾਦਲ ਪਿੰਡ 'ਚ, ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ। ਤੇ ਜਦੋਂ ਉਹਨਾਂ ਕੋਲ ਰਿਪੋਰਟਾਂ ਆਉਂਦੀਆਂ ਕਿ ਫਲਾਣੇ ਪਿੰਡ ਦੇ ਵਿੱਚ ਕਾਂਗਰਸ ਨੇ ਕਬਜ਼ਾ ਕਰ ਲਿਆ, ਫਲਾਣੇ ਥਾਂ ਤੇ ਅਕਾਲੀ ਭਜਾਤੇ ਨੇ, ਫਲਾਣੇ ਪਿੰਡ ਨੂੰ ਭਜਾਤੇ ਨੇ, ਫਲਾਣੇ ਪਿੰਡ ਨੂੰ ਭਜਾਤੇ ਨੇ, ਫਲਾਣੇ ਥਾਂ ਤੇ ਕਬਜ਼ਾ ਉਹਨਾਂ ਨੇ ਬੂਥ ਕੈਪਚਰਿੰਗ ਕਰ ਲਈ ਹੈ। ਤੇ ਫਿਰ ਉਹ ਬੁੱਢੇ ਬਾਰੇ 91 ਸਾਲ ਦੀ ਉਮਰ ਦੇ ਵਿੱਚ ਜਿਹੜਾ 5 ਵਾਰ ਮੁੱਖ ਮੰਤਰੀ ਸੀ ਪੰਜਾਬ ਦਾ, ਬਜ਼ੁਰਗ ਅਵਸਥਾ ਦੇ ਵਿੱਚ ਘਰੋਂ ਨਿਕਲਦਾ ਆਪਦੇ ਵਰਕਰਾਂ ਦੇ ਨਾਲ ਪਤਾ ਲੈਣ ਵਾਸਤੇ। ਹਾਂਜੀ, ਅਜਿਹੇ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਪੈਦਾ ਕੀਤੇ ਗਏ, ਜਿਹੜੇ ਕਿ ਬੜੀ ਦੁੱਖ ਵਾਲੀ ਗੱਲ ਹੈ, ਬੜੀ ਮਾੜੀ ਗੱਲ ਹੈ। ਅਜਿਹੀ ਬਲਾਕ ਸੰਮਤੀਆਂ ਵਿੱਚ, ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਹਾਂ ਨਿੱਕੀ ਮੋਟੀ ਕਿਤੇ ਆਪਸੀ ਤਕਰਾਰ ਹੋ ਜੇ, ਵਰਕਰਾਂ ਦੀ ਕਈ ਥਾਈਂ ਹੋ ਜਾਂਦੀ ਹੈ ਅੱਜ ਨਿੱਕੀ ਮੋਟੀ, ਪਰ ਜਿਹੜੀ ਬੂਥ ਕੈਪਚਰਿੰਗ ਵਾਲੀ ਗੱਲ ਆ ਜਾਂ ਬੂਥ ਚੁਕਾਉਣ ਵਾਲੀ ਗੱਲ ਆ ਜਾਂ ਏਜੰਟਾਂ ਨੂੰ ਭਜਾਉਣ ਵਾਲੀ ਗੱਲ ਆ, ਇਹ ਪੰਜਾਬ 'ਚ ਪਹਿਲੀ ਵਾਰ ਵਾਪਰੀ। ਤੇ ਬਟੋਆ ਸਾਹਿਬ, ਇੱਕ ਹੋਰ ਜਿਹੜੀ ਹੈਗੀ ਮੇਰੀ ਨੌਲੇਜ ਦੇ ਵਿੱਚ ਜਿਹੜੀ ਇੱਕ ਖਬਰ ਆਈ ਹੈ ਕਿ ਸੁਖਬੀਰ ਸਿੰਘ ਬਾਦਲ ਹੁਣੀ ਵੀ ਜਿਸ ਇੱਕ ਥਾਂ ਦੇ ਉੱਤੇ ਆਪ ਗਏ ਨੇ ਤੇ ਉੱਥੇ ਵੀ ਉਹਨਾਂ ਨੂੰ ਜਿਹੜਾ ਡੋਰ ਸੀ ਬੰਦ ਕੀਤਾ ਮਿਲਿਆ ਤੇ ਅੰਦਰ ਵੋਟਾਂ ਪੈ ਰਹੀਆਂ ਸਨ ਤੇ ਬਾਹਰ ਉਹਨਾਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ। ਕੀ ਇਹ ਵੀ ਗੱਲ ਸਹੀ ਹੈ ਕਿ ਜਾਂ ਵੈਸੇ ਹੀ ਅਫਵਾਹ ਹੀ ਹੈ? ਨਹੀਂ, ਬਿਲਕੁਲ ਇਹ ਸਹੀ ਗੱਲ ਹੈ। ਔਰ 15 ਮਿੰਟ ਤੋਂ ਸੁਖਬੀਰ ਸਿੰਘ ਬਾਦਲ ਨੂੰ ਗੇਟ ਤੇ ਖੜਨਾ ਪਿਆ। ਤੇ ਕੀ ਗੱਲ ਉਹਨਾਂ ਦੇ ਕੋਲ ਇੰਨੀ ਅਥਾਰਟੀ ਨਹੀਂ ਸੀ ਹੈ ਕਿ ਉਹ ਅੰਦਰ ਜਾ ਸਕਦੇ ਸਨ ਕਿ ਜਾਂ ਨਹੀਂ ਜਾ ਸਕਦੇ ਸਨ? ਕੋਈ ਉਹਨਾਂ ਦੇ ਕੋਲ ਕੋਈ ਕਾਗਜ਼ ਪੱਤਰ ਸੀ ਉਹਨਾਂ ਦੇ ਕੋਲ, ਕੋਈ ਪੁਲਿਸ ਵਾਲਿਆਂ ਦੇ ਕੋਲ, ਕਿ ਇਹਨਾਂ ਨੂੰ ਅੰਦਰ ਨਹੀਂ ਜਾਣ ਦੇਣਾ ਜਾਂ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦੇਣਾ? ਨਹੀਂ, ਦੇਖੋ ਜਿੱਥੋਂ ਤੱਕ ਅੰਦਰ ਜਾਣ ਦੀ ਗੱਲ ਹੈ, ਜਾਂ ਵੋਟਰ ਜਾ ਸਕਦਾ ਹੈ ਜਾਂ ਏਜੰਟ ਜਾ ਸਕਦਾ ਹੈ। ਉਸ ਜਿਹੜਾ ਪ੍ਰਮਿਸਿਸ ਹੈ, ਜਿਹੜਾ ਉਹ ਕੰਪਲੈਕਸ ਹੈ, ਉੱਥੇ ਦੂਸਰਾ ਨਹੀਂ ਜਾ ਸਕਦਾ ਕੋਈ ਵੀ, ਜਾਂ ਉਮੀਦਵਾਰ ਜਾ ਸਕਦਾ ਹੈ। ਤੇ ਸੁਖਬੀਰ ਸਿੰਘ ਬਾਦਲ ਤੇ ਆਪ ਤਾਂ ਗਏ ਨਹੀਂ ਗੇ, ਉਹਨਾਂ ਨੇ ਤੇ ਜਿਹੜਾ ਏਜੰਟ ਹੈ ਉਹਨੂੰ ਭੇਜਿਆ ਵੀ ਜਾ ਗਿਆ। ਹੁਣ ਅੰਦਰ ਦੇਖੋ ਕੀ ਪੋਜੀਸ਼ਨ ਹੈ। ਔਰ ਇੱਥੋਂ ਤੱਕ ਹੈ ਜਿਹੜਾ ਮੰਡੀ ਕਿੱਲਿਆਂ ਵਾਲੀ ਆ, ਜਿਹੜਾ ਉਹਦਾ ਪ੍ਰੈਜ਼ਾਈਡਿੰਗ ਆਫੀਸਰ ਸੀਗਾ, ਉੱਥੇ ਸੁਖਬੀਰ ਸਿੰਘ ਬਾਦਲ ਜਿਹੜਾ ਆਬਜ਼ਰਵਰ ਲੱਗਾ ਸੀ ਉਸ ਏਰੀਏ ਦਾ, ਉਹਨੂੰ ਨਾਲ ਲੈ ਕੇ ਜਾਂਦੇ ਆ। ਤੇ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਉਹ ਕਹਿੰਦਾ ਜੀ ਸਾਡੇ ਇੱਥੇ ਬੂਥ ਕੈਪਚਰਿੰਗ ਹੋਈ ਆ, ਸਾਡੇ ਇੱਥੇ ਵੋਟਾਂ ਜਿਹੜੀਆਂ ਧੱਕੇ ਨਾਲ ਪਾਈਆਂ ਗਈਆਂ। ਉਹ ਆਬਜ਼ਰਵਰ ਕਹਿੰਦਾ ਕਿ ਕਿਵੇਂ ਪਾ ਗਏ? ਉਹ ਕਹਿੰਦਾ ਜੀ ਬਹੁਤ ਵੱਡੀ ਗਿਣਤੀ 'ਚ ਸੀ, ਮੈਂ ਬੇਵੱਸ ਸੀਗਾ, ਮੇਰਾ ਸਟਾਫ ਬੇਵੱਸ ਸੀਗਾ, ਤੇ ਉਹ ਕਹਿੰਦਾ ਜੀ ਵੋਟਾਂ ਪਾਈਆਂ। ਹੁਣ ਜੇ ਇੱਕ ਪ੍ਰੈਜ਼ਾਈਡਿੰਗ ਆਫੀਸਰ ਕਹਿ ਰਿਹਾ, ਔਰ ਜਿਸ ਤਰ੍ਹਾਂ ਦੀ ਇੱਕ ਬਖਸ਼ੀ ਵਾਲਾ ਸ਼ਾਇਦ ਪਿੰਡ ਹੈ ਉਧਰ ਪਟਿਆਲੇ ਦੇ ਵਿੱਚ, ਉੱਥੇ ਤੁਸੀਂ ਮੇਰਾ ਖਿਆਲ ਇੱਕ ਵੀਡੀਓ ਵਾਇਰਲ ਹੋਈ ਬੜੇ ਵੱਡੇ ਪੱਧਰ ਤੇ, ਕਿਸ ਤਰ੍ਹਾਂ ਠੱਪੇਦਾਰ ਆ ਕੇ ਸ਼ਰੇਆਮ ਜਿਹੜਾ ਅਕਾਲੀ ਪੋਲਿੰਗ ਏਜੰਟਾਂ ਨੂੰ ਬਾਹਰ ਕੱਢਤਾ ਆ। ਹਾਂਜੀ, ਉਹ ਧੱਕੇ ਨਾਲ ਜੀ ਵੋਟਾਂ ਪਾ ਰਹੇ ਨੇ, ਸਟਾਫ ਵਿਚਾਰਾ ਡਰ ਕੇ ਇੱਕ ਨੁਕਰੇ ਲੱਗ ਕੇ ਬੈਠਾ ਹੈ। ਤੇ
ਤੇ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ, ਕਈ ਥਾਈਂ ਵੀਡੀਓ ਬਣੀ ਆ, ਕਈ ਥਾਈਂ ਨਹੀਂ ਬਣੀ, ਬਾਹਲੀ ਥਾਈਂ ਨਹੀਂ ਬਣੀ, ਤੇ ਇਸ ਕਰਕੇ ਗੁੰਡਾਗਰਦੀ ਜਿਹੜੀ ਸਮੁੱਚੇ ਪੰਜਾਬ 'ਚ ਹੀ, ਇੱਥੇ ਸਾਡੇ ਖਡੂਰ ਸਾਹਿਬ ਤਰਨਤਾਰਨ ਦੇ ਵਿੱਚ ਜਿਸ ਕਦਰ ਇੱਥੇ ਗੁੰਡਾਗਰਦੀ ਕੀਤੀ ਗਈ ਹੈ, ਜਿਸ ਤਰ੍ਹਾਂ ਦਾ ਇੱਥੇ ਇੱਕ ਤਰ੍ਹਾਂ ਦਾ ਟੈਰਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਇਸ ਤਰ੍ਹਾਂ ਸਮੁੱਚੇ ਪੰਜਾਬ 'ਚ ਰਾਜ ਸੀਗੇ। ਤੇ ਪਰ ਅਕਾਲੀਆਂ ਵੱਲੋਂ ਕਿਉਂ ਨਹੀਂ ਕੋਈ ਇਸ ਚੀਜ਼ ਦੇ ਉੱਤੇ ਨਜ਼ਰ ਰੱਖੀ ਗਈ ਕਿ ਕੁਝ ਵੀ ਕੱਲ ਨੂੰ ਹੋ ਸਕਦਾ, ਮੌਜੂਦਾ ਸਰਕਾਰ ਜਾਂ ਉੱਥੇ ਦੇ ਜਿਹੜੇ ਹੈਗੇ ਆ ਪਿੰਡ ਦੇ ਲੋਕ ਕੁਛ ਨਾ ਕੁਛ ਇੱਦਾਂ ਦੀ ਹਰਕਤ ਕਰ ਸਕਦੇ ਨੇ, ਪਰ ਅਕਾਲੀਆਂ ਵੱਲੋਂ ਕਿਉਂ ਨਹੀਂ ਫਿਰ ਇਹ ਚੀਜ਼ ਤੇ ਕੀਤੀ ਜਾਂਦੀ, ਜਦ ਕਿ ਹੁਣ ਅਕਾਲੀ ਸਰਕਾਰ ਕਾਂਗਰਸ ਸਰਕਾਰ ਦੇ ਉੱਤੇ ਇਲਜ਼ਾਮ ਲਗਾ ਰਹੀ ਹੈ ਕਿ ਉਹਨਾਂ ਨੇ ਇਹ ਕੁਛ ਕੀਤਾ, ਉਹਨਾਂ ਨੇ ਇਹ ਤੋੜ ਭੰਨ ਕੀਤੀ। ਤੇ ਦੇਖੋ, ਇਹ ਤਾਂ ਫਿਰ ਦੇਖੋ, ਅਕਾਲੀ ਨਾ ਤਾਂ ਸੱਤਾ 'ਚ ਨੇ ਤੇ ਨਾ ਅਕਾਲੀਆਂ ਦੇ ਕੋਈ ਚੋਣਾਂ ਦੇ ਪ੍ਰਤੀ ਕੋਈ ਮਾੜੇ ਮਨਸੂਬੇ ਸੀਗੇ। ਜਿਨ੍ਹਾਂ ਦੇ ਮਾੜੇ ਮਨਸੂਬੇ ਸੀਗੇ ਉਹ ਪਿੱਛੋਂ ਤਾਰਾਂ ਹਿਲਾ ਕੇ ਜਿਹੜੀਆਂ ਪੁਲਿਸ ਦੇ ਨਾਲ ਆ, ਪੁਲਿਸ ਹਰੇਕ ਥਾਂ ਤੇ ਪੁਲਿਸ ਲੱਗੀ ਸੀ, ਪੁਲਿਸ ਦੀ ਸ਼ਹਿ ਦੇ ਉੱਤੇ, ਪੁਲਿਸ ਦੀ ਮਿਲੀ ਭੁਗਤ ਦੇ ਨਾਲ ਹੀ ਇਹ ਜਿਹੜੇ ਸਾਰੇ ਬੂਥ ਕੈਪਚਰਿੰਗ ਹੋਈ ਆ, ਜਾਂ ਅਕਾਲੀਆਂ ਨੂੰ ਡਰਾਇਆ ਗਿਆ, ਜਾਂ ਧਮਕਾਇਆ ਗਿਆ, ਜਾਂ ਤੋਂ ਭਜਾਇਆ ਗਿਆ, ਤੇ ਇਹ ਤਾਂ ਪੁਲਿਸ ਦੀ ਜਿਹੜੀ ਰਾਜਸੀ ਸ਼ਕਤੀ ਆ, ਜਿਹੜੀ ਸਰਕਾਰੀ ਸ਼ਕਤੀ ਆ, ਉਹਦੇ ਤਹਿਤ ਕੀਤਾ ਗਿਆ। ਤੇ ਇਹਦੇ ਵਿੱਚ ਕੋਈ ਜਿਹੜੀ ਹੁਣ ਤੇ ਚੋਣਾਂ ਚਲੋ ਖਤਮ ਹੋ ਗਈਆਂ ਨੇ, ਤੇ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੈ ਕੋਈ ਕਿ ਜਿਹਦੇ ਵਿੱਚ ਕਿਸੇ ਦੀ ਮੌਤ ਜਾਂ ਕੋਈ ਕਿਸੇ ਦੇ ਸੱਟਾਂ, ਕਿਉਂਕਿ ਕਾਫੀ ਕੁਝ ਹੋਇਆ ਸੋਸ਼ਲ ਮੀਡੀਆ ਤੇ ਜਿਹੜਾ ਲੋਕਾਂ ਨੇ ਦੇਖਿਆ, ਲਾਈਵ ਵੀ ਕਈਆਂ ਨੇ ਵਿੱਚ ਪਾਇਆ, ਤੇ ਉਹਦੇ ਵਿੱਚ ਅਕਾਲੀ ਵਰਕਰਾਂ ਨੂੰ ਵੀ ਕਹਿੰਦੇ ਸੱਟਾਂ ਸੁੱਟਾਂ ਕਾਫੀ ਲੱਗੀਆਂ। ਇਹ 'ਚ ਕੋਈ ਡਰਾਮਾ ਨਹੀਂ ਜੀ, ਕਈ ਥਾਈਂ ਅਕਾਲੀ ਵਰਕਰਾਂ ਨੂੰ ਕੁੱਟਿਆ ਗਿਆ ਹੈ, ਹਵਾਈ ਫਾਇਰਿੰਗ ਬਹੁਤ ਜਗ੍ਹਾ ਤੇ ਹੋਈ ਹੈ, ਅੱਛਾ, ਇੱਕ ਦੋ ਥਾਂ ਤੇ ਇੰਜਰਡ ਵੀ ਹੋਏ ਨੇ। ਅੱਛਾ ਜੀ। ਪਰ ਜਿਹੜੀ ਆ ਕਿ ਇਹ ਖੁਸ਼ੀ ਵਾਲੀ ਗੱਲ ਹੈ, ਜਾਂ ਕਹਿ ਦਈਏ ਕਿ ਬਚਾਅ ਵਾਲੀ ਗੱਲ ਆ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟੈਰਰ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਗਿਆ ਕਿ ਜੇ ਕਿਸੇ ਨੇ ਜ਼ਰੂਰਤ ਕੀਤੀ ਤੇ ਮਤਲਬ ਉਹਦਾ ਜਾਨੀ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਬਚਾਅ ਕੀਤਾ ਹੈ, ਜਦੋਂ ਮਾਹੌਲ ਇਸ ਤਰ੍ਹਾਂ ਦਾ ਹੋਵੇ ਫਿਰ ਬਚਾਅ ਵੀ ਕਰਦੇ ਨੇ ਲੋਕ। ਹੁਣ ਦੇਖ ਲਓ ਕਿ ਇੱਕ ਪਿੰਡ ਦੀਆਂ ਚੋਣਾਂ ਦੇ ਵਿੱਚ ਇਹ ਕੁਝ ਹੋ ਗਿਆ, ਤੇ ਜਿਹੜੀਆਂ ਹੁਣ 2019 ਦੇ ਵਿੱਚ ਜਿਹੜੀਆਂ ਚੋਣਾਂ ਪੈਂਡਿੰਗ ਪਈਆਂ ਨੇ, ਉਹਨਾਂ ਦਾ ਕੀ ਹਾਲ ਹੋਏਗਾ? ਨਹੀਂ, ਇੱਕ ਦੇਖੋ, ਜਿਹੜੀਆਂ ਆਮ ਕਰਕੇ ਮੈਂਬਰ ਪਾਰਲੀਮੈਂਟ ਜਾਂ ਜਿਹੜੀਆਂ MLA ਦੀਆਂ ਚੋਣਾਂ ਹੁੰਦੀਆਂ, ਉਹਨਾਂ ਦੇ ਵਿੱਚ ਜਿਹੜੀ ਵਾਇਲੈਂਸ ਆ ਉਹਦੇ 'ਚ ਸੰਭਾਵਨਾ ਨਹੀਂ ਹੁੰਦੀ, ਕਿਉਂਕਿ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਆ, ਹਾਂਜੀ, ਉਹਦੀ ਦੇਖ ਰੇਖ ਥੱਲੇ ਹੁੰਦੀਆਂ ਨੇ, ਉਹਦੇ ਅਬਜ਼ਰਵਰ ਕੰਮ ਕਰਦੇ ਨੇ, ਉਹ ਆਊਟਸਾਈਡਰ ਹੁੰਦੇ ਨੇ, ਸਟੇਟ ਤੋਂ ਬਾਹਰ ਦੇ ਹੁੰਦੇ ਨੇ, ਹਰੇਕ ਗੱਲ ਜਿਹੜੀ ਆ ਉਹਦਾ ਉਹ ਨੋਟਸ ਲੈਂਦੇ ਨੇ। ਇੱਥੇ ਤਾਂ ਕਿਉਂਕਿ ਸਟੇਟ ਦਾ ਹੀ ਇੱਕ IAS ਆਫਿਸਰ ਉਹਨੂੰ ਲਾਇਆ ਹੁੰਦਾ ਆ, ਹਾਂਜੀ, ਉਹ ਇੱਕ ਕਠਪੁਤਲੀ ਦੀ ਤਰ੍ਹਾਂ ਕੰਮ ਕਰਦਾ ਆ, ਤੇ ਉਹੀ ਜਿਹੜੀ ਜਸਪਾਲ ਸਿੰਘ ਸੰਧੂ ਨੇ, ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਹੈਗੇ ਨੇ, ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਹਿਲਜੁਲ ਨਹੀਂ ਕੀਤੀ ਉਹਨਾਂ ਇਲੈਕਸ਼ਨਾਂ ਦਾ ਤੇ ਇਹਨਾਂ ਇਲੈਕਸ਼ਨਾਂ ਦਾ ਫਰਕ। ਪਰ ਹੁਣ ਇਹ ਜਿਹੜੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕਦੀ ਅਜਿਹੀ ਘਟਨਾ ਨਹੀਂ ਵਾਪਰੀ, ਪਰ ਪਹਿਲੀ ਵਾਰ ਵਾਪਰਿਆ। ਔਰ ਸਰਪੰਚੀ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਜਿੱਥੇ ਦੋ ਧਿਰਾਂ ਪਿੰਡ ਦੇ ਵਿੱਚ ਆਪੋ ਸਾਹਮਣੇ ਖੜ ਜਾਂਦੀਆਂ ਨੇ, ਉੱਥੇ ਆਪਾਂ ਦੇਖਦੇ ਰਹੇ ਛੋਟੇ ਹੁੰਦਿਆਂ ਤੋਂ ਹੀ ਨਿੱਕੀ ਮੋਟੀ ਉੱਥੇ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਸਰਪੰਚੀ ਦੀਆਂ ਕਈਆਂ ਪਿੰਡਾਂ ਦੇ ਵਿੱਚ ਘਟਨਾਵਾਂ ਵਾਪਰ ਜਾਂਦੀਆਂ ਨੇ। ਪਰ ਆ ਜਿਹੜੀਆਂ ਪਾਰਟੀਬਾਜ਼ੀ ਵਾਲੀਆਂ ਇਲੈਕਸ਼ਨਾਂ ਨੇ, ਕਿਉਂਕਿ ਇਹ ਪਾਰਟੀ ਸਿੰਬਲ ਤੇ ਲੜੀਆਂ ਗਈਆਂ ਨੇ, ਸਰਪੰਚੀਆਂ ਕਦੀ ਪਾਰਟੀ ਸਿੰਬਲ ਤੇ ਨਹੀਂ ਲੜੀਆਂ ਜਾਂਦੀਆਂ, ਇਹ ਪਾਰਟੀ ਸਿੰਬਲ ਤੇ ਲੜੀਆਂ ਗਈਆਂ ਨੇ। ਤੇ ਇੱਥੇ ਕਿਉਂਕਿ ਸਿੰਬਲ ਦਾ ਸਵਾਲ ਸੀ, ਪੰਜੇ ਦਾ ਸੀ, ਤੱਕੜੀ ਦਾ ਸੀ, ਜਾਂ ਦੂਸਰਾ ਹੋਰ ਜਿਹੜੇ ਸਿੰਬਲ ਉਹਨਾਂ ਦੇ ਉੱਤੇ ਰਾਜਨੀਤਿਕ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਸੀ। ਕਾਂਗਰਸ ਨੇ ਆਪਦੀ ਹੋਂਦ ਬਚਾਉਣ ਲਈ ਜਾਂ ਹੋਂਦ ਨੂੰ ਬਰਕਰਾਰ ਰੱਖਣ ਲਈ ਜਾਂ ਆਪਦਾ ਇਹ ਸਾਬਤ ਕਰਨ ਲਈ ਕਿ ਅਸੀਂ ਪੰਜਾਬ ਦੇ ਅੰਦਰ ਜਿਹੜੀਆਂ ਇੰਨੀਆਂ ਜ਼ਿਲ੍ਹਾ ਪ੍ਰੀਸ਼ਦ ਲੈ ਗਏ ਆ ਜਾਂ ਇੰਨੀਆਂ ਬਲਾਕ ਸੰਮਤੀਆਂ ਲੈ ਗਏ ਆ, ਤੇ ਇਸ ਕਰਕੇ ਸਾਰਾ ਕੁਝ ਉਹਨਾਂ ਨੇ ਇੱਕ ਗਿਣੀ ਮਿਤੀ ਸਾਜ਼ਿਸ਼ ਦੇ ਤਹਿਤ ਕੀਤਾ ਹੈ। ਪਰ ਇਹ ਕਿਤੇ ਜਿਹੜੀਆਂ ਗੁਰੂ ਮਹਾਰਾਜ ਸਾਹਿਬ ਦੀਆਂ ਬੇਅਦਬੀਆਂ ਵੀ ਜਿਹੜੀਆਂ ਹੋਈਆਂ ਸੀ, ਕਿਤੇ ਇਹ ਚੀਜ਼ ਉਹਨਾਂ ਦੇ ਨਾਲ ਤਾਂ ਨਹੀਂ ਜੋੜ ਕੇ ਕਿ ਮਤਲਬ ਕਿ ਲੋਕਾਂ ਨੇ ਕੀਤਾ ਕਿ ਪਿੰਡ ਦੇ ਵਿੱਚ ਕਿ ਜਿਹੜੀਆਂ ਆ ਜਿਹੜੇ ਹੋਏ ਗੱਲਾਂ ਬਾਤਾਂ ਹੋਈਆਂ? ਨਹੀਂ, ਦੇਖੋ, ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਨੇ, ਹਾਂਜੀ। ਤੇ ਜੇ ਦੇਖੋ, ਇਹ ਬੇਅਦਬੀ ਦੇ ਉੱਤੇ ਸਿਆਸਤ ਵੀ ਬੜੀ ਕੀਤੀ ਗਈ ਹੈ, ਜਿਹੜੀ ਕਿ ਸਿਆਸਤ, ਗੰਦੀ ਸਿਆਸਤ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉਹਨਾਂ ਇੰਸੀਡੈਂਟਸ ਦੇ ਉੱਤੇ, ਉਹਨਾਂ ਘਟਨਾਵਾਂ ਦੇ ਉੱਤੇ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ, ਪਰ ਕੀਤੀ ਗਈ, ਬਹੁਤ ਕੀਤੀ ਗਈ, ਹੁਣ ਤੱਕ ਕੀਤੀ ਜਾਂਦੀ ਹੈ। ਪਰ ਉਹ ਕਾਂਗਰਸ ਵਾਲੇ ਕਰਦੇ ਨੇ, ਜਿਹੜੀ ਆਮ ਜਨਤਾ ਉਹਨੂੰ ਤਾਂ ਕੋਈ ਉਹਨਾਂ ਨੂੰ ਸੱਚਾਈ ਦਾ ਪਤਾ ਲੱਗ ਗਿਆ। ਜਿਹੜੀ ਆਮ ਜਨਤਾ ਉਹਨਾਂ ਨੂੰ ਘੱਟੋ ਘੱਟ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਕੇਵਲ ਤੇ ਕੇਵਲ ਸਿਆਸਤ ਕੀਤੀ ਜਾ ਰਹੀ ਹੈ, ਔਰ ਜਿਹੜਾ ਪ੍ਰਚਾਰ ਕੀਤਾ ਜਾਂਦਾ, ਜਿਹੜਾ ਗੁੰਮਰਾਹ ਕੋਈ ਝੂਠ ਬੋਲਿਆ ਜਾ ਰਿਹਾ ਹੈ, ਤੇ ਲੋਕ ਉਸ ਗੱਲ ਨੂੰ ਸਮਝਣ ਲੱਗ ਗਏ ਨੇ। ਜਿਸ ਤੱਕ ਅਕਾਲੀ ਕੇਡਰ ਦੀ ਗੱਲ ਆ, ਅਕਾਲੀ ਵੋਟਰ ਦੀ ਗੱਲ ਆ, ਉਹ ਪਹਿਲਾਂ ਵੀ ਨਾਲ ਸੀ, ਅੱਜ ਵੀ ਨਾਲ ਆ। ਔਰ ਜਿਹੜਾ 2017 ਦੀ ਚੋਣ ਦੇ ਵਿੱਚ ਇੱਕ ਕਿਸਾਨ ਵੋਟ ਬੈਂਕ ਹੈ, ਜਿਹੜਾ ਅਕਾਲੀ ਦਲ ਦਾ ਬੜਾ
ਪੱਕਾ ਵੋਟ ਗਿਣਿਆ ਜਾਂਦਾ ਸੀਗਾ, ਉਹ ਲਾਲਚ ਬਸ ਕਰਜ਼ੇ ਮਾਫੀ ਦੇ ਕਾਰਨ ਅਕਾਲੀ ਦਲ ਤੋਂ ਐਤਕੀ ਕਾਂਗਰਸ ਨੂੰ ਭੁਗਤਿਆ ਸੀਗਾ। ਉਹ ਵੀ ਹੁਣ ਜਿਹੜਾ ਹੈ ਵਾਪਸ ਅਕਾਲੀ ਦਲ ਦੇ ਨਾਲ ਆ ਗਿਆ ਕਿ ਅਸੀਂ ਧੋਖੇ 'ਚ ਆ ਗਏ। ਬਹੁਤ ਬਹੁਤ ਵਲਟੋਆ ਸਾਹਿਬ ਜੀ ਤੁਹਾਡਾ ਧੰਨਵਾਦ, ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ ਦੇ ਵਿੱਚੋਂ, ਕਿਉਂਕਿ ਇਸ ਵੇਲੇ ਉੱਥੇ ਰਾਤ ਪੈ ਚੁੱਕੀ ਹੈ, ਅਤੇ ਤੁਸੀਂ ਆਪਣਾ ਕੀਮਤੀ ਟਾਈਮ ਦੇ ਕੇ ਅਤੇ ਸੰਗਤਾਂ ਦੇ ਰੂਬਰੂ ਹੋਏ ਹੋ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਸਾਡੇ ਨਾਲ ਅਗਲੇ ਕੋਲਰ ਵੀ ਇੰਡੀਆ ਤੋਂ ਜੁੜ ਚੁੱਕੇ ਨੇ, ਡਾਕਟਰ ਗੁਰੂ ਇਕਬਾਲ ਸਿੰਘ ਜੀ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਹੜਾ ਤੁਸੀਂ ਇਸ ਵੇਲੇ ਰਾਤ ਹੋਣ ਦੇ ਬਾਵਜੂਦ ਵੀ ਸਿੱਖ ਚੈਨਲ ਦੇ ਉੱਤੇ ਆਏ ਜੇ, ਕਿਉਂਕਿ ਇੰਡੀਆ ਬਹੁਤ ਟਾਈਮ ਹੋ ਚੁੱਕਾ ਹੈ ਇਸ ਵੇਲੇ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਅਤੇ ਜੀ ਆਇਆਂ ਆਖਦੇ ਤੁਹਾਨੂੰ। ਬਹੁਤ ਬਹੁਤ ਧੰਨਵਾਦ ਜੀ, ਆਪ ਜੀ ਨੇ ਸਮਾਂ ਦਿੱਤਾ। ਅਤੇ ਸਿਰਫ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਹਾਂ ਕਿ ਇਸ ਵੇਲੇ ਕੀ ਹਾਲਾਤ ਜਿਹੜੇ ਸਨ ਪੰਜਾਬ ਦੇ, ਇਹ ਜਿਹੜੇ ਪਿੰਡਾਂ ਦੇ ਵਿੱਚ ਜਿਹੜੀਆਂ ਵੋਟਾਂ ਹੋਈਆਂ, ਜਾਂ ਕਈਆਂ ਥਾਵਾਂ ਦੇ ਉੱਤੇ ਲੜਾਈਆਂ ਵੀ ਹੋਈਆਂ, ਕਾਫੀ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ, ਅਤੇ ਇਹਦੇ ਬਾਰੇ ਤੁਸੀਂ ਕੋਈ ਚਾਨਣਾ ਪਾਓ ਇਸ ਚੀਜ਼ ਦੇ ਉੱਤੇ। ਇਹਦੇ ਬਾਰੇ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਸਾਰੀ ਜਿਹੜੀ ਪੋਲੀਟਿਕਸ ਆ, ਇਹ ਉਹਦੀ ਦੇਣ ਆ। ਲੋਕ ਨਾ ਤਾਂ ਲੜਨਾ ਚਾਹੁੰਦੇ ਸੀ, ਨਾ ਇਸ ਵਾਰ ਕੋਈ ਇਲੈਕਸ਼ਨ ਦੇ ਵਿੱਚ ਮੁਕਾਬਲਾ। ਤੇ ਪਰ ਫਿਰ ਵੀ ਇਹ ਜਿਹੜੀਆਂ ਹੋਈਆਂ, ਜਿਹੜੀਆਂ ਇਹ ਲੜਾਈਆਂ, ਦੰਗੇ ਫਸਾਦ ਜਿਹੜੇ ਹੋਏ ਆ ਪਿੰਡਾਂ ਦੇ ਵਿੱਚ ਹੀ ਇੱਕ ਦੂਜੇ ਦੇ ਨਾਲ, ਰਿਸ਼ਤੇ ਭਰਾਵਾਂ ਦੀ ਹੋਈ ਹੈ, ਕਿਉਂਕਿ ਕੋਈ ਅਕਾਲੀਆਂ ਨਾਲ ਜੁੜੇ ਸਨ, ਕੋਈ ਕਾਂਗਰਸੀ ਸਨ, ਆਪਸੀ ਵਿੱਚ ਵੀ ਹੋਏ ਨੇ, ਤੇ ਪਰ ਇੱਦਾਂ ਹੋਣੀਆਂ ਨਹੀਂ ਚਾਹੀਦੀਆਂ ਸਨ। ਇਹਦਾ ਮੇਨ ਜਿਹੜਾ ਰੀਜ਼ਨ ਕੀ ਸੀ ਹੈਗਾ, ਜਿਹੜਾ ਮੇਨ ਰੀਜ਼ਨ ਕੀ ਸੀ? ਮੁੱਢ ਜਿਹੜਾ ਹੈ ਇਹ ਬਰਗਾੜੀ ਕਾਂਡ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜਦਾ ਵਾ। ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਆ, ਹਾਂਜੀ, ਉਹਦੇ ਬਾਅਦ ਪਿੰਡਾਂ ਦੇ ਵਿੱਚ ਖਾਲੀ ਸਾਹਿਬ ਦਾ ਜਿਹੜਾ ਵੋਟ ਬੈਂਕ ਸੀ ਉਹਨੂੰ ਬਹੁਤ ਵੱਡਾ ਖੋਰਾ ਲੱਗਾ। ਜਿਹੜੇ ਨਿਰਪੱਖ ਅਕਾਲੀ ਵੋਟਰ ਸੀਗੇ ਉਹਨਾਂ ਇਸ ਗੱਲ ਦੇ ਵਿੱਚ ਬਹੁਤ ਮਹਿਸੂਸ ਕੀਤਾ ਵੀ ਅਸੀਂ ਠੱਗੇ ਗਏ ਆ, ਸਾਡੀ ਪਾਰਟੀ ਦੇ ਲੀਡਰ ਸਾਡਾ ਧੋਖਾ ਕਰਦੇ ਰਹੇ ਆ। ਔਰ ਇਸ ਵੇਲੇ ਮੈਂ ਮਾਝੇ ਦੀ ਸਿੱਧੀ ਆਪ ਨੂੰ ਦੱਸਣਾ ਚਾਹੁੰਦਾ ਵੀ ਮਾਝੇ ਦੇ ਵਿੱਚ ਖਾਸ ਤੌਰ ਤੇ ਗੁਰਦਾਸਪੁਰ 'ਚ ਬਹੁਤ ਸਾਰੇ ਪੋਲਿੰਗ ਸਟੇਸ਼ਨਾਂ ਤੇ ਅਕਾਲੀ ਦਲ ਨੂੰ ਆਪਣੇ ਉਮੀਦਵਾਰ ਵਾਸਤੇ ਪੋਲਿੰਗ ਏਜੰਟ ਵੀ ਮਿਲੇ ਖੜੇ ਕਰਨ ਵਾਸਤੇ। ਔਰ ਤਕਰੀਬਨ ਰਿਜ਼ਲਟ ਆਏਗਾ ਤੁਸੀਂ ਆਪ ਹੀ ਦੇਖੋਗੇ 75-25 ਤੋਂ ਵੱਧ ਦੀ ਰੇਸ਼ੋ ਨਾਲ ਤੇ ਅਕਾਲੀ ਕੇਡਰ ਜਿਹੜਾ ਹਾਰੇਗਾ। ਤੁਹਾਡੇ ਵਾਸਤੇ ਉਹ ਲੋਕਾਂ ਦੇ ਵਿੱਚ ਇੱਕ ਸ਼ਰਮਨਾਕ ਸਥਿਤੀ ਬਣ ਗਈ ਹੈ ਵੀ ਕਿਸ ਤਰੀਕੇ ਨਾਲ ਮੂੰਹ ਬਾਹਰ ਕੱਢੀਏ। ਇਹਦੀ ਵਜ੍ਹਾ ਹੈ ਕਿ ਜਿਹੜੀ ਪੋਲ ਪਰਸੈਂਟੇਜ ਜਾਂ 50% ਦੇ ਕਰੀਬ ਰਹੀ ਹੈ। ਜਿਹੜੇ ਕੋਲ ਅਸੈਂਬਲੀ ਦੇ ਵਿੱਚ 70-72% ਤੱਕ ਰਹਿੰਦੀ ਹੈ, ਪਾਰਲੀਮੈਂਟ ਦੇ ਵਿੱਚ 70% ਤੋਂ ਉੱਪਰ ਰਹਿੰਦੀ ਹੈ। ਇਸ ਵਾਰ ਗੁਰਦਾਸਪੁਰ ਜਿਹੜੀ ਪੋਲ ਪਰਸੈਂਟੇਜ ਜਿਹੜੀ ਹੈਗੀ ਉਹ 50% ਤੋਂ ਥੱਲੇ ਰਹੀ ਹੈ। ਪਰ ਇਹਦਾ ਮੇਨ ਕਾਰਨ ਫਿਰ ਇਹੀ ਹੈ ਕਿ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਸੀ ਕਿ ਜਿਹੜੀ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਹੋਈ ਹੈ। ਅਕਾਲੀ ਸਰਕਾਰ 1.5 ਸਾਲ ਰਹੀ ਹੈ, ਉਹਨਾਂ ਨੇ ਵੀ ਕਮਿਸ਼ਨ ਇੱਕ ਬਿਠਾਇਆ ਸੀ, ਉਹਦਾ ਵੀ ਕੋਈ ਫੈਸਲਾ ਨਹੀਂ ਹੋਇਆ। ਕਾਂਗਰਸ ਸਰਕਾਰ ਨੇ ਵੀ ਕਮਿਸ਼ਨ ਬਿਠਾਇਆ, ਉਹਦਾ ਵੀ ਕੋਈ ਫੈਸਲਾ ਨਹੀਂ ਹੋਇਆ। ਤੇ ਪਰ ਇਹ ਜਿਹੜੇ ਹੈਗੇ ਆ, ਦੇਖੋ ਇੱਕ ਇਸ ਰਿਪੋਰਟ ਨੂੰ ਲੀਡ ਕਰਨ ਵਾਸਤੇ ਪੰਜਾਬ ਦੇ ਸਤਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਬਹੁਤ ਤਨਦੇਹੀ ਨਾਲ ਕੰਮ ਕੀਤਾ ਸੀ ਅਸੈਂਬਲੀ ਦੇ ਵਿੱਚ, ਆਪ ਜੀ ਨੇ ਉਹਨਾਂ ਦਾ ਪ੍ਰੋਗਰਾਮ ਸੁਣਿਆ ਹੋਵੇਗਾ। ਹਾਂਜੀ ਹਾਂਜੀ, ਉਹਨਾਂ ਦਾ ਡੇਰਾ ਬਾਬਾ ਨਾਨਕ ਹੈ। ਅੱਛਾ ਜੀ। ਜਦੋਂ ਇਹ ਸਾਰੀ ਗੱਲ ਪੰਜਾਬ 'ਚ ਨੰਗੀ ਹੋਈ ਹੈ ਤਾਂ ਹੈਰਾਨੀਜਨਕ ਨਤੀਜੇ ਇਹ ਨੇ ਵੀ ਉਹਨਾਂ ਦੇ ਹਲਕੇ ਦੇ ਵਿੱਚ ਇੱਕ ਵੀ ਅਕਾਲੀ ਕੈਂਡੀਡੇਟ ਕਾਗਜ਼ ਭਰਨ ਵਾਸਤੇ ਨਹੀਂ ਆਇਆ ਸਾਰੇ ਜ਼ਿਲ੍ਹੇ 'ਚ। ਕਿਉਂਕਿ ਲੋਕਾਂ ਨੇ ਮਹਿਸੂਸ ਕੀਤਾ ਵੀ ਇਹਦਾ ਸਿੱਖੀ ਵਾਸਤੇ ਕੰਮ ਕੀਤਾ ਵਾ, ਇਹਨਾਂ ਦੇ ਕੈਂਡੀਡੇਟਾਂ ਦੇ ਉਲਟ ਅਸੀਂ ਬੰਦੇ ਨਹੀਂ ਖੜੇ ਕਰਨੇ। ਬੇਸ਼ੱਕ ਇਲਜ਼ਾਮਬਾਜ਼ੀ ਕਿਸੇ ਕਿਸਮ ਦੀ ਹੋਵੇ, ਲੇਕਿਨ ਜ਼ਮੀਨੀ ਹਕੀਕਤ ਇਹ ਹੈ ਕਿ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਜੋ ਸੱਚ ਸਾਹਮਣੇ ਆਇਆ ਵਾ ਇਹਨੂੰ ਸਵੀਕਾਰਿਆ ਵਾ ਤੇ ਅਕਾਲੀ ਦਲ ਨੂੰ ਰੱਦ ਕੀਤਾ ਵਾ। ਪਰ ਕਈ ਥਾਵਾਂ ਦੇ ਉੱਤੇ ਤੇ ਹਜੇ ਵੀ ਹਾਂਜੀ ਹਾਂਜੀ ਜਿੱਥੇ ਡੇਰਾ ਪ੍ਰੇਮੀਆਂ ਦੀ ਗੱਲ ਹੈ ਜਾਂ ਮਾਲਵੇ ਵਿੱਚ ਉਹਨਾਂ ਦਾ ਜ਼ੋਰ ਹੈ, ਉੱਥੇ ਇਸ ਧੜੇ ਨੇ, ਸੰਗੀਤ ਧੜੇ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਅਸੀਂ ਮੁਕਾਬਲਾ ਵਿਖਾਈਏ। ਉਸ ਮੁਕਾਬਲੇ ਨੂੰ ਵਿਖਾਉਣ ਲਈ, ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਲੋਕਾਂ ਨੂੰ ਜਜ਼ਬਾਤੀ ਕਰਕੇ, ਗੁੰਮਰਾਹ ਕਰਕੇ ਲੜਾਈ ਝਗੜੇ ਵੀ ਕਰਵਾਏ ਗਏ ਆ।
ਤੇ ਜਦੋਂ ਲੜਾਈ ਸ਼ੁਰੂ ਹੋ ਜਾਂਦੀ ਫਿਰ ਦੋਨੇ ਪਾਸੇ ਹੀ ਹੁੰਦੀ ਹੈ, ਇੱਕ ਸਾਈਡ ਤੇ ਹੁੰਦੀ ਨਹੀਂ। ਨਹੀਂ, ਪਰ ਲੋਕਾਂ ਨੂੰ ਜਜ਼ਬਾਤੀ ਤੇ ਕੀਤਾ ਜਾਂਦਾ, ਪਰ ਲੋਕਾਂ ਦੀ ਆਪਣੀ ਸਮਝ ਕਿੱਥੇ ਹੈ? ਕੁਛ ਨਾ ਕੁਛ ਤੇ ਉਹਨਾਂ ਨੂੰ ਆਪਣੇ ਬਾਰੇ ਵੀ ਸੋਚਣਾ ਹਾਂਜੀ। ਜੇ ਥੋੜੇ ਜਿਹੇ ਪਿਛੋਕੜ ਦੀ ਜਾਓ, ਪਿਛਲੇ 25-30 ਸਾਲ ਦੇ ਵਿੱਚ ਲੋਕਾਂ ਦੀ ਸਮਝ ਰਹਿਣ ਕਿੱਥੇ ਦਿੱਤੀ ਪੰਜਾਬ 'ਚ ਇਹਨਾਂ ਨੇ? ਪੰਜਾਬ ਦੇ ਲੋਕਾਂ ਨੂੰ ਮੁਕਤੇ ਬਣਾਤਾ, ਘਸਿਆਰੇ ਬਣਾਤਾ, ਹੱਥ ਛੱਡਣ ਵਾਲੇ ਬਣਾਤਾ, ਕਿਸੇ ਨੂੰ ਆਟਾ ਦਾਲ ਤੇ ਲਾਤਾ, ਕਿਸੇ ਨੂੰ ਪੈਨਸ਼ਨ ਤੇ ਲਾਤਾ। ਜਿਹੜੀ ਦਾਨੀਆਂ ਦੀ ਕੌਮ ਸੀ, ਜਿਹੜੀ ਲੰਗਰ ਲਾਉਣ ਵਾਲੀ ਕੌਮ ਸੀ, ਉਹ ਮੰਗਤਿਆਂ ਦੀ ਕੌਮ ਬਣਾਤੀ। ਤੇ ਜਿਹੜਾ ਮੰਗਤਾ ਆਵੇ ਉਹਦੀ ਜ਼ਮੀਰ ਕਿੱਥੇ ਹੁੰਦੀ ਹੈ, ਉਹਦੀ ਸੋਚ ਕਿੱਥੇ ਹੁੰਦੀ ਹੈ? ਇਸ ਹਕੀਕਤ ਤੋਂ ਅਸੀਂ ਬਿਲਕੁਲ ਇਹਦੇ ਵੱਲ ਧਿਆਨ ਨਹੀਂ ਦੇ ਰਹੇ ਵੀ ਪੰਜਾਬ ਦੀ ਸੋਚ ਕਿੱਥੇ ਚਲੇਗੀ ਹੈ। ਬੇਰੁਜ਼ਗਾਰੀ ਕਰਕੇ ਜਿਹੜਾ ਫ੍ਰੀ ਦੀਆਂ ਚੀਜ਼ਾਂ ਦੇ ਦੇ ਕੇ ਲੋਕਾਂ ਨੂੰ ਤਾਂ ਮੰਗਤੇ ਬਣਾਤਾ ਗਿਆ ਵਾ। ਲੋਕਾਂ ਦੀ ਆਪਣੀ ਸੋਚ ਨਹੀਂ ਰਹੀ। ਜੇ ਲੋਕਾਂ ਦੀ ਸੋਚ ਹੁੰਦੀ ਤੇ ਲੋਕ ਅੱਜ ਸੋਚਦੇ ਕਿ ਜਿਨ੍ਹਾਂ ਲੋਕਾਂ ਨੇ 84 ਦੇ ਵਿੱਚ ਅਕਾਲ ਤਖ਼ਤ ਤੇ ਸਹੁੰ ਖਾ ਕੇ ਮਦੀਵੜੇ ਬਣਾਏ ਸੀ, ਉਹੀ ਲੋਕ ਅੱਜ ਬਰਗਾੜੀ ਕਾਂਡ ਦੇ ਮਦਈਆਂ ਨੂੰ ISI ਦਾ ਏਜੰਟ ਕਹਿ ਰਹੇ ਆ। ਬਿਲਕੁਲ ਜੀ। ਤੇ ਲੋਕ ਭੁੱਲ ਗਏ ਨੇ ਵੀ ਉਹਦਾ ਮਦੀਵੜੇ ਕਿਹਨੇ ਬਣਾਏ ਸੀ। ਲੋਕਾਂ ਦੇ ਭੋਗਾਂ ਦੇ ਸ਼ਹੀਦ ਕਰਨ ਵਾਲੇ ਕੌਣ ਸੀਗੇ? ਲੋਕਾਂ ਦੇ ਸ਼ਹੀਦਾਂ ਦੇ ਨਾਂ ਦੇ ਉੱਤੇ ਰੋਟੀਆਂ ਸੇਕ ਕੇ 20 ਸਾਲ ਰਾਜ ਕਰਨ ਵਾਲੇ ਕੌਣ ਨੇ? ਦਿੱਲੀ ਦੰਗਿਆਂ ਦੇ ਨਾਂ ਤੇ ਰਾਜ ਕਰਨ ਵਾਲੇ ਕੌਣ ਨੇ? ਤੇ ਲੋਕਾਂ ਦੀ ਜੱਗ ਜਾ ਰਿਹਾ ਵੀ ਕਰਵਾਇਆ ਕਿੰਨੇ ਹੈ? ਪਰ ਇਹ ਚੀਜ਼ ਅਸਲ ਕੌਣ ਨੇ ਜਿਹਨਾਂ ਨੇ ਮੁੱਢ ਬੱਧਾ ਹੈ, ਜਿਹਨਾਂ ਚਿੱਠੀਆਂ ਲਿਖੀਆਂ ਨੇ? ਤੇ ਫਿਰ ਉਹਨਾਂ ਗੱਲਾਂ ਨੂੰ ਲੈ ਕੇ ਲੋਕ ਧਰਮ ਦੇ ਨਾਂ ਤੇ ਜਜ਼ਬਾਤੀ ਹੋ ਕੇ ਫਿਰ ਉਹਨੂੰ ਵੋਟਾਂ ਪਾ ਕੇ 20 ਸਾਲ ਰਾਜ ਦਿੰਦੇ ਰਹੇ ਆ। ਲੋਕਾਂ ਦੀ ਸੋਚ ਇੱਥੇ ਵੀ ਖੜੀ ਹੈ, ਸਿਰਫ ਨਿੱਜ ਨੂੰ ਜਾਣਦੇ ਨੇ, ਪੈਸੇ ਨੂੰ ਜਾਣਦੇ ਨੇ, ਆਪਣੇ ਲਾਭ ਨੂੰ ਜਾਣਦੇ ਨੇ। ਸਿੱਖ ਕੌਮ ਜਿਹੜੀ ਹੈ, ਜਿਹੜੀ ਬਹਾਦਰ ਕੌਮ ਪੰਜਾਬ 'ਚ ਮੈਜੋਰਟੀ 'ਚ ਰਹਿੰਦੀ ਆ, ਕਦੀ ਇਸ ਗੱਲ ਲਈ ਜਾਣੀ ਜਾਂਦੀ ਸੀ ਵੀ ਇਹ ਅਖਲਾਕ ਦੇ ਮਾਲਕ ਨੇ, ਇਹ ਇਮਾਨਦਾਰ ਨੇ, ਇਹ ਬਹਾਦਰ ਨੇ, ਲੋਕਾਂ ਦੀ ਇੱਜ਼ਤ ਵਾਸਤੇ ਲੜਦੇ ਆ। ਤੇ ਜੇ ਅੱਜ ਉਹ ਮੰਗਤੇ ਬਣ ਗਏ ਨੇ, ਅੱਜ ਗਰੀਬੜਿਆਂ ਨੂੰ ਪੈਸੇ ਵਾਸਤੇ ਗੌਰਮੈਂਟ ਗਾੜੀ ਹੱਥ ਅੱਡੀ ਬੈਠੇ ਆ, ਤੇ ਉਹਦਾ ਇੰਨਾ ਦਿਮਾਗ ਨਹੀਂ ਹੋਏਗਾ ਵੀ ਕੋਈ ਸੱਚ ਝੂਠ ਦੀ ਪਛਾਣ ਕਰ ਸਕਣ। ਤੇ ਪਰ ਇਹਦਾ ਜਿਹੜਾ ਹੱਲ ਹੈ ਉਹ ਕੁਛ ਕਿਸੇ ਵੀ ਸਰਕਾਰ ਨੇ ਹਜੇ ਤੱਕ ਤੇ ਨਹੀਂ ਕੋਈ ਨਿਕਲਿਆ ਨਹੀਂ, ਨਾ ਮੇਰੇ ਖਿਆਲ ਨਾਲ ਸ਼ਾਇਦ ਨਿਕਲਣਾ, ਜਿੰਨਾ ਤੱਕ ਲੋਕ ਆਪਣੇ ਆਪ ਨੂੰ ਬਦਲਦੇ ਨਹੀਂ, ਆਪਣੀ ਸੋਚ ਨੂੰ ਥੋੜ੍ਹਾ ਜਿਹਾ ਬਦਲਦੇ ਨਹੀਂ। ਅਕਸਰ ਜਿਹਨੂੰ ਵੀ ਚੁਣ ਕੇ ਲਿਆਉਂਦੇ ਨੇ ਜਦੋਂ, ਤੇ ਉਦੋਂ ਵੀ ਉਹਦਾ ਪਿਛੋਕੜ ਵੀ ਦੇਖਣਾ ਚਾਹੀਦਾ ਕਿ ਇਹਦਾ ਪਿਛੋਕੜ ਕੀ ਹੈ, ਕਿ ਕੱਲ੍ਹ ਨੂੰ ਜਦੋਂ ਫਿਰ ਵੋਟਾਂ ਹੋ ਜਾਂਦੀਆਂ ਨੇ, ਜਿੱਤ ਜਾਂਦਾ, ਤੇ ਜਦੋਂ ਆ ਕੇ ਫਿਰ ਉਹ ਆਪਣੀ ਮਨਮਰਜ਼ੀ ਕਰਦਾ, ਤਾਂ ਫਿਰ ਇਹ ਲੋਕੀ ਕਿਉਂ ਕਰਦੇ ਨੇ ਕਿ ਸਾਡੇ ਕੋਲ ਗਲਤੀ ਹੋ ਗਈ? ਕਿਤੇ ਨਾ ਕਿਤੇ ਇੱਥੇ ਲੋਕਾਂ ਦਾ ਵੀ ਕਸੂਰ ਹੈ ਕਿ ਨਹੀਂ? ਜੀ ਬਿਲਕੁਲ, ਲੋਕ ਕਸੂਰਵਾਰ ਨੇ। ਜਦੋਂ ਵੋਟਾਂ ਦੇਣ ਦੀ ਗੱਲ ਆਉਂਦੀ ਹੈ, ਲੋਕ ਵਿਕਦੇ ਨੇ। ਬਿਲਕੁਲ, ਬੜੇ ਸਸਤੇ ਭਾਅ ਦੇ ਵਿਕਦੇ ਨੇ। ਕੋਈ ਸ਼ਰਾਬ ਦੀ ਬੋਤਲ ਤੇ ਵਿਕਦਾ ਵਾ, ਕੋਈ 1000-2000 ਲਈ ਵਿਕਦਾ, ਕੋਈ ਨਿੱਕੇ ਜਿਹੇ ਕੰਮ ਵਾਸਤੇ ਵਿਕਦਾ। ਤੇ ਜਦੋਂ ਇਹੋ ਜਿਹੀ ਸੋਚ ਲੈ ਕੇ ਵੋਟਾਂ ਪਾਈਆਂ ਜਾਣਗੀਆਂ ਤੇ ਜਿਸਨੇ ਪੈਸੇ ਖਰਚੇ ਉਹ ਕੀ ਇਨਸਾਫ ਲੋਕਾਂ ਨੂੰ ਦੇਵੇਗਾ? ਲੋਕਾਂ ਦੇ ਇਸ ਵਾਰੀ ਵੀ ਤੁਸੀਂ ਦੇਖੋ, ਕੋਈ ਮੁੱਦਾ ਹੀ ਨਹੀਂ ਹੈ ਇਲੈਕਸ਼ਨ ਦੇ ਵਿੱਚ ਜਿਹੜਾ ਲੋਕੀ ਪੁੱਛ ਸਕਣ ਕਿਸੇ ਨੂੰ। ਕੋਈ ਰੁਜ਼ਗਾਰ ਲਈ ਨਹੀਂ ਪੁੱਛ ਰਿਹਾ। ਜਹਾਜ਼ਾਂ ਦੇ ਜਹਾਜ਼ ਭਰ ਕੇ ਤੁਹਾਡੇ ਮੁਲਕਾਂ ਨੂੰ ਤੁਰੇ ਜਾ ਰਹੇ, ਇੱਥੋਂ ਜਿੰਨੀ ਇੰਟੈਲੀਜੈਂਸ ਸੀ ਸਾਰੇ ਪੰਜਾਬ ਦੀ ਉਹ ਬਾਹਰ ਜਾ ਰਹੀ ਹੈ। ਲੋਕ ਕਰਜ਼ਾਈ ਹੋ ਕੇ ਆਪਣੇ ਬੱਚੇ ਬਾਹਰ ਭੇਜ ਰਹੇ ਆ। ਕੋਈ ਰੁਜ਼ਗਾਰ ਦਾ ਮੁੱਦਾ ਹੀ ਨਹੀਂ ਉਠਾ ਰਿਹਾ। ਜਿਹੜਾ ਉਠਾ ਰਿਹਾ, ਕੋਈ ਕਹਿੰਦਾ ਆਟਾ ਦਾਲ ਦੇ ਦਿਓ, ਕੋਈ ਕਹਿੰਦਾ ਪੈਨਸ਼ਨ ਲਾ ਦਿਓ, ਕੋਈ ਕਹਿੰਦਾ ਮੈਨੂੰ ਫ੍ਰੀ ਦੀ ਕੋਈ ਚੀਜ਼ ਦੇ ਦਿਓ, ਕੋਈ ਫ੍ਰੀ ਦਾ ਕਨੈਕਸ਼ਨ ਦੇ ਦਿਓ, ਗੈਸ ਕਨੈਕਸ਼ਨ ਦੇ ਦਿਓ। ਲੋਕਾਂ ਦੀ ਸੋਚ ਹੀ ਇੱਥੇ ਤੱਕ ਸੀਮਿਤ ਹੋ ਗਈ ਆ। ਜਦੋਂ ਆਪਣੇ ਹੱਕ ਮੰਗਣਗੇ, ਲੋਕ ਕਿਰਤੀ ਬਣ ਕੇ ਰਹਿਣ ਦੀ ਕੋਸ਼ਿਸ਼ ਕਰਨਗੇ, ਉਦੋਂ ਇਹ ਸੋਚ ਡਿਵੈਲਪ ਹੋਏਗੀ। ਹੁਣ ਤੁਸੀਂ ਜਿਹੜਾ ਮੁਲਕਾਂ 'ਚ ਰਹਿ ਰਹੇ ਹੋ, ਉੱਥੇ ਕਿਰਤ ਦਾ ਮਹੱਤਵ ਹੈ। ਕਿਰਤ ਕਰਕੇ ਲੋਕ ਵੰਡ ਕੇ ਵੀ ਖਾਂਦੇ ਆ, ਦਇਆ ਦਿਲੀ ਵੀ ਕਰਦੇ ਆ, ਲੋਕਾਂ ਦੇ ਤਰਸ ਵੀ ਕਰਦੇ ਆ, ਜੀਵ ਜੰਤੂਆਂ ਤੇ ਤਰਸ ਵੀ ਕਰਦੇ ਆ। ਇੱਥੇ ਤਾਂ ਸੜਕ ਦੇ ਕੰਢੇ ਕੋ ਮਰਿਆ ਫੱਟੜ ਪਿਆ, ਉਹਨੂੰ ਕੋਈ ਚੁੱਕਦਾ ਨਹੀਂ। ਇਹ ਹਾਲਾਤ ਬੜੇ ਪਏ ਸਾਡੇ ਦੇਸ਼ ਦੇ ਇਸ ਵੇਲੇ। ਪਰ ਇਹ ਜਿਹੜੇ ਹਾਲਾਤ ਜਿਹੜੇ ਇਸ ਵੇਲੇ ਤੁਸੀਂ ਸਾਨੂੰ ਦੱਸੇ ਆ, ਇਹ ਹਾਲਾਤ ਕਿਦੋਂ ਬਦਲਣਗੇ ਕਿ ਜਾਂ ਫਿਰ ਇਹ ਵਰਸ ਹੀ ਹੋਣਗੇ ਜ਼ਿਆਦਾ? ਬਿਲਕੁਲ, ਸਤਿਗੁਰ ਕਿਰਪਾ ਕਰਨਗੇ, ਬਦਲਣਗੇ। ਲੇਕਿਨ ਜਦੋਂ ਅਸੀਂ ਸਿੱਖਾਂ ਵੱਲ ਦੀ ਬਜਾਏ ਸਿੱਖੀ ਵੱਲ ਜ਼ਿਆਦਾ ਧਿਆਨ ਦੇਵਾਂਗੇ, ਗੁਰੂ ਗ੍ਰੰਥ ਸਾਹਿਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਧਿਆਨ ਦੇਵਾਂਗੇ। ਪੰਜਾਬ ਦੇ ਵਿੱਚ ਘੱਟੋ ਘੱਟ 16-17 ਬਾਬਾ ਫਿਰ ਰਿਹਾ ਵਾ, ਕਿੰਨੇ ਗੁਰਦੁਆਰਾ ਸਾਹਿਬ ਨੇ, ਪਰ ਪਾਠ ਰੋਜ਼ ਹੋ ਰਹੇ ਆ, ਲੇਕਿਨ ਜਿਹੜਾ ਉਹਦਾ ਅਮਲ ਹੈ ਉਹ ਨਹੀਂ ਹੋ ਰਿਹਾ। ਜਿਸ ਤਰ੍ਹਾਂ ਅਮਲ ਵੱਲ ਦੁਨੀਆ ਤੁਰੇਗੀ, ਉਸ ਨਾਲ ਸਾਰੇ ਸੁਧਾਰ ਜਿਹੜੇ ਉਹ ਸੰਭਵ ਹੋ ਸਕਣਗੇ। ਬਿਲਕੁਲ ਜੀ, ਬਿਲਕੁਲ। ਤੇ ਬਹੁਤ ਬਹੁਤ ਜੀ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ। ਤੇ ਅਗਾਂਹ ਵਾਸਤੇ ਵੀ ਤੁਹਾਨੂੰ ਬੇਨਤੀ ਕਰਾਂਗੇ, ਜਦੋਂ ਵੀ ਉਦੋਂ ਵੀ ਤੁਸੀਂ ਹਾਜ਼ਰ ਹੋਵੋਗੇ, ਇਹ ਦਾਸ ਦੀ ਬੇਨਤੀ ਨੂੰ ਤੁਸੀਂ ਪ੍ਰਵਾਨ ਕਰੋਗੇ। ਤੇ ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਆਪ। ਥੈਂਕ ਯੂ ਜੀ। ਤੇ ਡਾਕਟਰ ਸਾਹਿਬ, ਤੁਸੀਂ ਵਟੋਆ ਸਾਹਿਬ ਦੀਆਂ ਗੱਲਾਂ ਸੁਣੀਆਂ, ਗੁਰੂ ਇਕਬਾਲ ਸਿੰਘ ਉਹਨਾਂ ਦੀਆਂ ਗੱਲਾਂ ਸੁਣੀਆਂ, ਤੇ ਇਹਦੇ ਵਿੱਚ ਤੁਹਾਡੀ ਕੀ ਰਾਏ ਹੈਗੀ ਹੈ ਕਿ ਪੰਜਾਬ ਦਾ ਇਸ ਵੇਲੇ ਜੋ ਨੁਕਸਾਨ ਇਸ ਵੇਲੇ ਪੰਜਾਬ ਦਾ ਹੋ ਰਿਹਾ,
ਇੱਕ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਦੂਸਰਾ ਇਲੈਕਸ਼ਨ ਦੇ ਇਹ ਜਿਹੜੀ ਮਾਰਕਾਟ ਹੋਈ ਹੈ, ਇਹ ਕੀ ਚੱਕਰ ਕੀ ਹੈ? ਮੈਨੂੰ ਤੇ ਹਜੇ ਤੱਕ ਨਹੀਂ ਸਮਝ ਲੱਗਾ ਹੈਗਾ ਕਿ ਇਹ ਕੰਮ ਜਦੋਂ ਵੀ ਹੁੰਦਾ ਆ ਇਹ ਵੋਟਾਂ ਦੇ ਟਾਈਮ ਤੇ ਕਿਉਂ ਹੁੰਦੇ ਆ। ਰਣਜੀਤ ਜੀ, ਤੁਸੀਂ ਸਵਾਲ ਕੀਤਾ ਕਿ ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਕਿਉਂ ਹੁੰਦੀ ਹੈਗੀ ਹੈ। ਮੇਰੇ ਮਨ ਵਿੱਚ ਤੁਸੀਂ ਇਹ ਸਵਾਲ ਪੁੱਛਦੇ ਪਏ ਸਾਰਿਆਂ ਨੂੰ, ਤੇ ਮੇਰੇ ਮਨ 'ਚ ਖਿਆਲ ਆਇਆ ਸੀ ਕਿ ਬੇਅਦਬੀ ਕਦੋਂ ਨਹੀਂ ਹੋਈ ਸਾਡੇ ਮਹਾਰਾਜ ਦੀ। ਹਰ ਵਕਤ ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਹੈ। ਤੁਹਾਨੂੰ ਪਤਾ ਹੈਗਾ ਕਿ ਜਿਹੜੇ ਗੁਰੂ ਮਹਾਰਾਜ ਜਿਹੜੇ ਦੁਕਾਨਾਂ ਵਿੱਚ ਆਪਣਾ ਤੁਸੀਂ ਲੈ ਕੇ ਆਉਂਦੇ ਹੈਗੇ ਹੋ, ਅਤੇ ਉਹ ਜਿਹੜੇ ਵੇਚਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਉਹ ਉੱਪਰੋਂ ਦੇ ਗੁਰੂ ਗ੍ਰੰਥ ਸਾਹਿਬ ਕਰਦੇ ਨੇ ਅਤੇ ਥੱਲੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਪੈਰ ਰੱਖ ਕੇ ਦੂਸਰਾ ਉੱਪਰ ਗੁਰੂ ਗ੍ਰੰਥ ਸਾਹਿਬ ਕਰਦੇ ਨੇ। ਤੁਹਾਨੂੰ ਪਤਾ ਹੈ ਇਸ ਦੇ ਬਾਰੇ? ਨਹੀਂ, ਉਸ ਵੇਲੇ ਕਿਸੇ ਨੂੰ ਬੇਅਦਬੀ ਦਾ ਖਿਆਲ ਨਹੀਂ ਆਉਂਦਾ। ਪਰ ਇਹਦੇ ਤੇ ਫਿਰ ਦੂਸਰੀ ਗੱਲ ਜਿਹੜੀ ਹੈਗੀ ਹੈ, ਤੁਹਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਡਰੱਗਸ ਲਿਆ ਕੇ ਇੱਥੇ ਲੈ ਕੇ ਆਏ ਗਏ ਨੇ। Did you know that? ਉਸ ਵੇਲੇ ਕਿਸੇ ਨੂੰ ਬੇਅਦਬੀ ਦਾ ਖਿਆਲ ਨਹੀਂ ਆਇਆ। ਤੁਹਾਨੂੰ ਪਤਾ ਕਿ ਕੈਨੇਡਾ ਵਿੱਚ ਪ੍ਰਾਈਵੇਟ ਗੁਰਦੁਆਰੇ ਖੁੱਲ੍ਹੇ ਹੋਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜਾ ਕੇ ਰੱਖ ਦਿੰਦੇ ਨੇ। ਜਿਹੜਾ ਕੋਈ ਕੀਰਤਨੀ ਆਉਂਦਾ ਉੱਥੇ ਇੰਡੀਆ ਤੋਂ, ਉਹਨੇ ਕਹਿੰਦੇ ਨੇ ਕਿ ਇੰਨੇ ਪਹਿਲੇ ਇੰਨੇ ਪੈਸੇ ਦੇ ਦੇ, ਫਿਰ ਤੂੰ ਕੀਰਤਨ ਕਰੇਗਾ, ਜਿਹੜਾ ਚੜਾਵਾਂਗਾ ਤੇਰੇ ਤੇ ਉਹ ਲੈ ਚ ਪੈਸੇ। ਹਾਂਜੀ, ਉਹ ਬੇਅਦਬੀ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਦੀ। ਹਾਂਜੀ, ਤੇ ਤੀਸਰੀ ਗੱਲ ਹੈਗੀ ਕਿ ਕੈਨੇਡਾ ਵਿੱਚ ਅਗਰ ਤੁਸੀਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਹੈਗਾ, ਤੁਸੀਂ ਉਹਨੂੰ ਡਿਕਲੇਅਰ ਕਰ ਦਿਓ ਕਿ ਇਹ ਹੈਗਾ ਸਾਡਾ ਗੁਰਦੁਆਰਾ ਹੈਗਾ, ਤਾਂ ਤੁਹਾਨੂੰ ਆਪਣਾ ਪ੍ਰੋਪਰਟੀ ਟੈਕਸ ਨਹੀਂ ਦੇਣਾ ਪੈਂਦਾ, ਕਾਉਂਸਲ ਟੈਕਸ ਨਹੀਂ ਦੇਣਾ ਪੈਂਦਾ ਉਸ ਪ੍ਰੋਪਰਟੀ ਦਾ। ਉਹ ਬੇਅਦਬੀ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਦੀ। ਤੁਸੀਂ ਉਸ ਇੱਕ ਮੁੱਦੇ ਨੂੰ ਫੜ ਲਿੱਤਾ ਹੈਗਾ ਕਿ ਉੱਥੇ ਕੁਝ ਅੰਗ ਫਾੜੇ ਗਏ ਨੇ, ਉਹ ਬੇਅਦਬੀ ਹੋ ਗਈ। ਇੰਨੀਆਂ ਬੇਅਦਬੀਆਂ ਹੁੰਦੀਆਂ ਆਈਆਂ ਨੇ ਪਹਿਲਾਂ, ਤੇ ਕਿਸੇ ਨੇ ਕੋਈ ਆਵਾਜ਼ ਨਹੀਂ ਚੁੱਕੀ। ਇਹ ਕਿਉਂਕਿ ਪਬਲਿਸਾਈਜ਼ ਹੋ ਗਿਆ, 2 ਇਨਸਾਨ ਮਾਰੇ ਗਏ ਨੇ, ਪੁਲਿਸ ਨੇ ਅਟੈਕ ਕੀਤਾ ਹੈਗਾ। ਇਟਸ ਸੈਡ ਕਿ ਉਹਦੇ ਪਿੱਛੇ ਉਹ ਅੰਗ ਦੇਖ ਕੇ ਲੋਕਾਂ ਨੇ ਪ੍ਰੋਸੈਸ਼ਨ ਖੜੀ ਕੀਤੀ, ਪੁਲਿਸ ਨੇ ਗੋਲੀ ਮਾਰਤੀ ਔਨ ਉਸ ਵੇਲੇ ਜਿਹੜੀ ਗਵਰਨਮੈਂਟ ਸੀਗੀ ਉਹਨਾਂ ਦੇ ਆਰਡਰਸ ਦੇ ਹਿਸਾਬ ਨਾਲ। ਪਰ ਗੌਰਮੈਂਟ ਡਾਕਟਰ ਸਾਹਿਬ, ਪਰ ਗੌਰਮੈਂਟ ਜਿਹੜੀਆਂ ਰਿਪੋਰਟਾਂ ਬਣੀਆਂ ਉਹਦੇ ਵਿੱਚ ਗੌਰਮੈਂਟ ਦੇ ਉੱਤੇ ਇਲਜ਼ਾਮ ਲੱਗ ਰਹੇ ਆ ਕਿ ਮੌਜੂਦਾ ਅਕਾਲੀ ਸਰਕਾਰ ਸੀ ਜਦੋਂ ਇਹ ਕਾਂਡ ਹੋਇਆ, ਪਰ ਉਹ ਕਹਿੰਦੇ ਆ ਕਿ ਜੀ ਅਸੀਂ ਗੋਲੀ ਦਾ ਹੁਕਮ ਨਹੀਂ ਦਿੱਤਾ, ਜਿਹੜੇ 2 ਸਿੰਘ ਸ਼ਹੀਦ ਹੋਏ ਨੇ। ਵੀਰ ਜੀ, ਉਹ ਹਾਲੇ ਤੇ ਮੈਨੂੰ ਦੱਸੋ, ਜਿਹੜੀ ਪੋਲੀਟੀਕਲ ਪਾਰਟੀ ਆਉਂਦੀ ਹੈਗੀ ਹੈ ਵਰਲਡ ਵਾਈਡ, ਸਿਰਫ ਅਕਾਲੀ ਕਾਂਗਰਸ ਕੋਈ ਨਹੀਂ, ਉਹਦੇ ਵਿੱਚੋਂ ਕਿੰਨੇ % ਓਨੈਸਟ ਹੁੰਦੇ ਨੇ? Tell me, how many people win the elections on the basis of honesty? Nobody. Nobody. ਤੇ ਇੱਥੇ ਡਾਕਟਰ ਸਾਹਿਬ ਸਾਨੂੰ ਇੰਡੀਆ ਤੋਂ ਇੱਕ ਕੋਲ ਹੋਰ ਆਈ ਹੈ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਠੀਕ ਹੈ। ਇਹ ਹਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ। ਬਹੁਤ ਖੁਸ਼ੀ ਹੋਈ ਜੀ, ਕਾਫੀ ਚਿਰ ਬਾਅਦ ਤੁਹਾਡੇ ਨਾਲ ਗੱਲਬਾਤ ਹੋਈ ਹੈ ਸਿੱਖ ਚੈਨਲ ਦੇ ਜ਼ਰੀਏ, ਤੇ ਤੁਹਾਨੂੰ ਜੀ ਆਇਆਂ ਕਹਿੰਦੇ ਆ। ਤੇ ਦੂਸਰਾ ਕਿ ਕਿਉਂਕਿ ਇਹ ਬਹੁਤ ਸੀਨੀਅਰ ਜਿਹੜੇ ਪ੍ਰੈਜ਼ੈਂਟਰ ਨੇ ਸਿੱਖ ਚੈਨਲ ਦੇ, ਤੇ ਕਾਫੀ ਕੁਛ ਦਾਸ ਨੂੰ ਵੀ ਇਹਨਾਂ ਤੋਂ ਕੁਛ ਸਿੱਖਣ ਨੂੰ ਮਿਲਿਆ, ਕਿਉਂਕਿ ਇਹ ਸਿਰਫ ਜਿਹੜੇ ਨਿਊਜ਼ ਜਿਹੜੇ ਹੈਗੇ ਨਾ ਉਹਨੂੰ ਜਾ ਕੇ ਕਰਦੇ ਨੇ। ਤੇ ਮੈਂ ਇਹ ਜਿਹੜੇ ਮੌਜੂਦਾ ਜਿਹੜੇ ਹਾਲਾਤ ਨੇ ਜਿਹੜੇ ਇਸ ਵੇਲੇ ਪੰਜਾਬ ਦੇ, ਤੇ ਉਹ ਹਰਿੰਦਰ ਭਾਜੀ ਤੁਸੀਂ ਸੰਗਤਾਂ ਦੇ ਰੂਬਰੂ ਕਰੋ, ਕਿਉਂਕਿ ਉੱਦਾਂ ਤੇ ਵੈਸੇ ਸਿੱਖ ਚੈਨਲ ਦੇ ਜ਼ਰੀਏ ਹਰੇਕ ਅਪਡੇਟ ਸੰਗਤਾਂ ਨੂੰ ਪਹੁੰਚਾਈ ਜਾਂਦੀ ਆ, ਪਰ ਜਿਹੜੇ ਤੁਹਾਡੇ ਅੱਖੀਂ ਦੇਖਿਆ ਜਿਹੜਾ ਹਾਲ ਪੰਜਾਬ ਦਾ ਇਸ ਵੇਲੇ, ਉਹ ਜਿਹੜਾ ਆਹੀ ਜਗ ਜ਼ਾਹਿਰ ਕਰੀਏ ਤੇ ਸਾਰਿਆਂ ਨਾਲੋਂ ਵਧੀਆ। ਬਿਲਕੁਲ ਜੀ, ਜਿਹੜਾ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬੇਅਦਬੀਆਂ ਦੀ ਗੱਲ ਜਿਹੜੀ ਚੱਲਦੀ ਪਈ ਆ, ਉਹ ਵਾਕਿਆ ਹੀ ਗੱਲ ਭਾਈ ਸਾਹਿਬ ਦੀ ਦਰੁਸਤ ਆ ਕਿ ਜੋ ਕੁਝ ਪਹਿਲਾਂ ਵੀ ਹੁੰਦਾ ਆ, ਜਿਸ ਤਰ੍ਹਾਂ ਉਹ ਕੈਨੇਡਾ ਦੀ ਗੱਲ ਕਰ ਰਹੇ ਸੀਗੇ, ਇੱਥੋਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਮੈਂ ਅੱਜ ਹੀ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੋਟੋ ਜਿਹੜੀ ਆ ਉਹ ਘੁੰਮ ਰਹੀ ਹੈ ਕਿ ਇੱਕ ਨੌਜਵਾਨ ਲੜਕਾ ਜਿਹੜਾ ਕਿ ਪਹਿਲਾਂ ਕੀਰਤਨ ਕਰਦਾ ਸੀਗਾ ਤੇ ਹੁਣ ਉਹ ਪੰਜਾਬੀ ਸਿੰਗਰ ਬਣ ਗਿਆ ਆ। ਉਸਨੇ ਆਪਣੇ ਦਾੜਾ ਜਿਹੜਾ ਆ ਉਹ ਕੇਸ ਜਿਹੜੇ ਆ ਉਹ ਕਤਲ ਕਰਵਾ ਦਿੱਤੇ। ਸੋ ਅਜਿਹਾ ਬਹੁਤ ਕੁਝ ਹੋ ਰਿਹਾ ਵਾ ਦੁਨੀਆ ਦੇ ਕਿਸੇ ਵੀ ਕੋਨੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਹੋ ਰਿਹਾ। ਸਾਰੀਆਂ ਗੱਲਾਂ ਵੱਲ ਧਿਆਨ ਜਿਹੜਾ ਆ
ਉਹ ਦੇਣਾ ਜਿਹੜਾ ਆ ਉਹ ਬਣਦਾ ਆ। ਪਰ ਜਿਹੜਾ ਧਿਆਨ ਦੇਣ ਵਾਲੇ ਲੋਕ ਨੇ ਜੇਕਰ ਖੁਦ ਉਹੀ ਉਸ ਚੀਜ਼ ਦੇ ਵਿੱਚ ਸ਼ਾਮਲ ਨੇ ਜਿਹੜੀ ਚੀਜ਼ ਨੂੰ ਲੈ ਕੇ ਅੱਜ ਬਰਗਾੜੀ ਦੇ ਵਿੱਚ ਮੋਰਚਾ ਲੱਗਾ ਆ, ਤਾਂ ਫਿਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਆ। ਮੈਂ ਤਾਂ ਪਹਿਲਾਂ ਵੀ ਜਦੋਂ ਵੀ ਗੱਲ ਹੁੰਦੀ ਆ ਉਸ ਦੇ ਵਿੱਚ ਇਹ ਕਹਿਣਾ ਆ ਕਿ ਜਿਹੜੇ ਲੋਕ ਆ ਕਿਸੇ ਤੇ ਆਸ ਰੱਖਣ ਦੀ ਬਜਾਏ ਖੁਦ ਜਾਗਣ। ਜੇਕਰ ਆਲੇ ਦੁਆਲੇ 'ਚ ਕੁਝ ਗਲਤ ਹੁੰਦਾ ਆ, ਕੋਈ ਵਿਅਕਤੀ ਚਾਹੇ ਉਹ ਕੈਨੇਡਾ ਦੇ ਵਿੱਚ ਬੈਠਾ ਆ ਚਾਹੇ ਉਹ ਪੰਜਾਬ ਦੇ ਵਿੱਚ ਬੈਠਾ ਆ, ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਉਹਨੇ ਘਰ ਦੇ ਵਿੱਚ ਰੱਖ ਕੇ ਜਾਂ ਕੋਈ ਪੁੱਛਣਾ ਦਿੰਦਾ ਜਾਂ ਕੋਈ ਇਸ ਤਰ੍ਹਾਂ ਕਰਦਾ, ਤਾਂ ਉਸ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ। ਉਸ ਦੇ ਨਾਲ ਰਹੀ ਗੱਲ ਸਰਕਾਰਾਂ ਦੀ, ਤਾਂ ਸਰਕਾਰਾਂ ਜਿਹੜੀਆਂ ਆ ਉਹ ਹਮੇਸ਼ਾ ਹੀ, ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਕਦੇ ਵੀ ਇਮਾਨਦਾਰ ਜਿਹੜੀਆਂ ਆ ਉਹ ਨਹੀਂ ਰਹੀਆਂ ਤੇ ਨਾ ਹੀ ਉਹ ਰਹਿਣਗੀਆਂ, ਕਿਉਂਕਿ ਸਰਕਾਰਾਂ ਜਿਹੜੀਆਂ ਆ ਉਹਨਾਂ ਨੇ ਬਹੁਤ ਕੁਝ ਦੇਖਣਾ ਹੁੰਦਾ ਆ, ਬਹੁਤ ਕੁਝ ਦੇਖ ਕੇ ਫੈਸਲਾ ਜਿਹੜਾ ਲੈਣਾ ਹੁੰਦਾ ਆ। ਵੋਟ ਜਿਹੜੀ ਹਰ ਕਮਿਊਨਿਟੀ ਆ ਉਹ ਸਰਕਾਰ ਨੂੰ ਪਾਉਂਦੀ ਆ, ਇਸ ਕਰਕੇ ਜੇਕਰ ਉਹ ਕਿਸੇ ਇੱਕ ਕਮਿਊਨਿਟੀ ਨੂੰ ਖੁਸ਼ ਕਰਨ ਵਾਸਤੇ ਜਾਂ ਇਸ ਤਰ੍ਹਾਂ ਕੁਝ ਕਰਨਗੇ ਤਾਂ ਉਹਨਾਂ ਦੀ ਦਾਲ ਜਿਹੜੀ ਆ ਉਹ ਨਹੀਂ ਗਲਣੀ। ਸੋ ਹੁਣ ਜਿਹੜਾ ਮੋਰਚਾ ਲੱਗਾ ਤੁਸੀਂ ਦੇਖ ਰਹੇ ਜੇ ਵਿਧਾਨ ਸਭਾ ਦੇ ਵਿੱਚ ਲੰਮਾ ਸਮਾਂ ਸੈਸ਼ਨ ਚੱਲਿਆ, ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ? ਕੁਝ ਨਹੀਂ ਹੋਇਆ। ਹੁਣ ਪੰਜਾਬ ਦੀਆਂ ਜਿਹੜੀਆਂ ਵੀ ਪੰਥਕ ਪਾਰਟੀਆਂ ਨੇ, ਜਿਹੜੇ ਵੀ ਕੁਝ ਪੰਥਕ ਧੜੇ ਨੇ, ਉਹ ਇਕੱਠੇ ਹੋਏ ਨੇ। ਉਹਨਾਂ ਨੇ ਕਿਹਾ ਆ ਕਿ ਅਸੀਂ ਆਪਣੇ ਤੌਰ ਦੇ ਉੱਤੇ ਇੱਕ ਸਿੱਖਾਂ ਦਾ ਅਜਿਹਾ ਗਰੁੱਪ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਦਬਾਅ ਗਰੁੱਪ ਦੇ ਨਾਂ ਦੇ ਨਾਲ ਜਾਣਿਆ ਜਾਊਗਾ ਤੇ ਉਹ ਸਰਕਾਰ ਦੇ ਉੱਤੇ ਵੀ ਦਬਾਅ ਬਣਾਊਗਾ ਤੇ ਜੇਕਰ ਕੋਈ ਹੋਰ ਕਾਰਵਾਈ ਕਿਤੇ ਵਿਦੇਸ਼ਾਂ 'ਚ ਗਲਤ ਹੁੰਦੀ ਆ ਤਾਂ ਉੱਥੋਂ ਦੀਆਂ ਸਰਕਾਰਾਂ ਨਾਲ ਵੀ ਉਹ ਖੁਦ ਰਾਬਤਾ ਜਿਹੜਾ ਆ ਉਹ ਕਾਇਮ ਕਰਨਗੇ। ਉਹ ਇਸੇ ਕਰਕੇ ਹੋ ਰਿਹਾ ਕਿ ਸਰਕਾਰ ਨੇ ਅਜਲਾਸ ਤਾਂ ਵਿਧਾਨ ਸਭਾ ਦਾ ਬੁਲਾ ਲਿਆ ਪਰ ਉਸ ਤੋਂ ਬਾਅਦ ਦੇ ਵਿੱਚ ਕਾਰਵਾਈ ਜਿਹੜੀ ਉਹ ਨਹੀਂ ਹੋਈ। ਪੁਲਿਸ ਦੇ 3 ਅਫਸਰ ਜਿਹੜੇ ਕਿ ਕੋਰਟ ਦੇ ਵਿੱਚ ਚਲੇ ਗਏ, ਉਹਨਾਂ ਨੇ ਕਿਹਾ ਕਿ ਪਹਿਲਾਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਿਆ, ਉਸ ਤੋਂ ਬਾਅਦ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾ ਦਿੱਤਾ ਗਿਆ, ਪਰ ਕਾਰਵਾਈ ਜਿਹੜੀ ਆ ਉਹ ਨਹੀਂ ਹੋ ਰਹੀ। ਤੇ ਉਸ ਦੇ ਉੱਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਆਪਣਾ ਪੱਖ ਜਿਹੜਾ ਆ ਉਹ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਉਹ ਪੁਲਿਸ ਵਾਲੇ ਉਸ ਸਮੇਂ ਉੱਥੇ ਸ਼ਾਮਲ ਸੀਗੇ ਜਦੋਂ 2 ਸਿੰਘ ਜਿਹੜੇ ਆ ਉਹ ਸ਼ਹੀਦ ਕੀਤੇ ਗਏ ਆ। ਸੋ ਅੱਜ ਉਸ ਦੇ ਉੱਤੇ ਫਿਰ ਜਿਹੜੀ ਆ ਉਹ ਅੱਜ ਤਰੀਕ ਸੀਗੀ 20 ਤਰੀਕ ਉਸ ਦੀ ਆ। ਹੁਣ ਪੰਜਾਬ ਸਰਕਾਰ ਨੇ ਜਵਾਬ ਦੇ ਦਿੱਤਾ। ਹੁਣ ਅਫਸਰ ਜਿਹੜੇ ਆ ਉਹਨਾਂ ਨੂੰ ਕੋਰਟ ਨੇ ਕਿਹਾ ਆ ਜਵਾਬ ਦੇਣ ਵਾਸਤੇ, ਪਰ ਤੁਹਾਨੂੰ ਪਤਾ ਕਿ ਕੋਰਟ ਦੇ ਵਿੱਚ ਜੇਕਰ ਇੱਕ ਵਾਰੀ ਫੈਸਲਾ ਜਿਹੜਾ ਕੋਈ ਵੀ ਚਲਾ ਜਾਂਦਾ ਤਾਂ ਉਸ ਦੀ ਆਸ ਨਹੀਂ ਹੁੰਦੀ ਕਿ ਛੇਤੀ ਹੱਲ ਹੋਵੇਗਾ। ਸੋ ਇਸ ਕਰਕੇ ਹੁਣ ਬਰਗਾੜੀ ਮੋਰਚੇ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਹੁਣ ਪਟਿਆਲੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਦਾ ਘਰ ਜਿਹੜਾ ਆ ਉਹਨੂੰ ਘੇਰਨ ਦੀ ਤਿਆਰੀ ਜਿਹੜੀ ਆ ਉਹ ਵੀ ਕਰ ਰਹੇ ਆ ਕਿ ਜੇਕਰ ਕੁਝ ਦਿਨਾਂ ਦੇ ਵਿੱਚ ਸਰਕਾਰ ਫੈਸਲਾ ਜਿਹੜਾ ਆ ਉਹ ਨਹੀਂ ਲੈਂਦੀ। ਸੋ ਪੰਜਾਬ ਦੇ ਹਾਲਾਤ ਜਿਹੜੇ ਆ ਬਿਲਕੁਲ ਖਰਾਬ ਹੋਏ ਪਏ ਆ। ਕਿਸੇ ਵੀ ਚੀਜ਼ ਦਾ ਨਿਆਂ ਜਿਹੜਾ ਆ ਉਹ ਨਹੀਂ ਮਿਲ ਰਿਹਾ, ਚਾਹੇ ਕਿ ਉਹ ਬੇਅਦਬੀ ਦੀ ਗੱਲ ਕਰ ਲਈ ਜਾਵੇ, ਚਾਹੇ ਕੋਈ ਹੋਰ ਗੱਲ ਕਰ ਲਈ ਜਾਵੇ। ਮਹਿੰਗਾਈ ਦਾ ਦੌਰ ਜਿਹੜਾ ਉਹ ਜਾਰੀ ਹੈ, ਲੋਕਾਂ ਦੇ ਉੱਤੇ ਟੈਕਸ ਥੋਪੇ ਜਾ ਰਹੇ ਆ ਪਰ ਉਹਨਾਂ ਨੂੰ ਸਹੂਲਤ ਕੋਈ ਨਹੀਂ ਗੀ। ਇਸ ਕਰਕੇ ਲੋਕ ਜਿਹੜੇ ਆ ਬਹੁਤ ਪਰੇਸ਼ਾਨ ਨੇ। ਕਿਸਾਨ ਕਹਿ ਰਹੇ ਆ ਸਾਨੂੰ ਝੋਨੇ ਤੇ 300 ਰੁਪਇਆ ਬੋਨਸ ਦਿੱਤਾ ਜਾਵੇ, ਡੀਜ਼ਲ ਦਾ ਰੇਟ ਬਹੁਤ ਵਧਾ ਦਿੱਤਾ ਗਿਆ ਆ, ਇਸ ਕਰਕੇ ਉਹ ਵੀ ਮੰਗ ਕਰ ਰਹੇ। ਸੋ ਚਾਰੇ ਪਾਸਿਆਂ ਤੋਂ ਦੇਖਿਆ ਜਾਵੇ ਤਾਂ ਆਵਾਮ ਜਿਹੜੀ ਪੰਜਾਬ ਦੀ ਆ ਉਹ ਬਹੁਤ ਹੀ ਖੁਸ਼ ਨਜ਼ਰ ਜਿਹੜੀ ਆ ਨਹੀਂ ਆ ਰਹੀ ਜੀ। ਤੇ ਪਰ ਮੌਜੂਦਾ ਸਰਕਾਰ ਨੇ ਜਿਹੜਾ ਹੈਗਾ ਇਸ ਚੀਜ਼ ਦਾ ਕੋਈ ਹੱਲ ਕੋਈ ਲੱਭਿਆ ਕਿ ਜਾਂ ਕੋਈ ਬਿਆਨ ਜਿਹੜਾ ਹੈਗਾ ਜਿਹੜੇ ਆਪਣੇ ਮਨਪ੍ਰੀਤ ਬਾਦਲ ਨੇ ਜਿਹੜੇ ਫਾਈਨੈਂਸ ਮੰਤਰੀ ਨੇ ਉਹਨਾਂ ਨੇ ਕੋਈ ਇਸ ਚੀਜ਼ ਬਾਰੇ ਕੋਈ ਆਪਣਾ ਪੱਖ ਰੱਖਿਆ ਅੱਗੇ ਕਿ ਜੋ ਇਸ ਵੇਲੇ ਕਿਸਾਨ ਬੰਦ ਕਰ ਲਿਆ ਵਾ ਉਹ ਦਿਨ ਮਰਦੀ ਜਾ ਰਹੀ ਹੈ, ਘਾਟੇ 'ਚ ਜਾ ਰਹੀ ਹੈ ਜੀ? ਨਹੀਂ, ਮਨਪ੍ਰੀਤ ਬਾਦਲ ਹੋਰਾਂ ਨੇ ਅਜੇ ਤੱਕ ਕੋਈ ਵੀ ਜਿਹੜੀ ਗੱਲ ਜਿਹੜੀ ਨਹੀਂ ਕੀਤੀ। ਘਾਟੇ ਵੰਨਾ ਸੌਦਾ ਜਿਹੜਾ ਹੁਣ ਇਹ ਆ ਕਿ ਸੈਂਟਰ ਦੀ ਸਰਕਾਰ ਜਿਹੜੀ ਆ ਬੀਜੇਪੀ ਦੀ ਉਹ ਅੱਗੇ ਇਲੈਕਸ਼ਨ ਆ ਰਹੀ ਆ। ਹੁਣ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੋਣੀ ਹੈ ਉਸ ਨੂੰ ਵੇਖਦਿਆਂ ਆ ਉਹ ਕਹਿ ਰਹੇ ਆ ਜੀ ਅਸੀਂ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ। ਕਿਉਂ ਕਰ ਦੇਵਾਂਗੇ? ਕਿਉਂਕਿ ਹੁਣ ਵੋਟਾਂ ਲੈਣੀਆਂ ਵਾ, ਬਾਅਦ ਦੇ ਵਿੱਚ ਦੇਖੀ ਜਾਊਗੀ ਕੀ ਹੁੰਦਾ ਵਾ। ਪਿਛਲੇ 5 ਸਾਲਾਂ ਦੇ ਵਿੱਚ ਦੇਖਿਆ ਕਿ ਲੋਕ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਬੁਰਾ ਹਾਲ ਹੋਇਆ ਆ। ਹਰ ਇੱਕ ਜਿਹੜਾ ਕੋਈ ਕਾਰਪੋਰੇਟ ਘਰਾਣਾ ਆ ਉਸ ਨੂੰ ਮਦਦ ਪਹੁੰਚਾਈ ਗਈ ਆ, ਕਿਉਂਕਿ ਜਦੋਂ ਇਲੈਕਸ਼ਨਾਂ ਹੁੰਦੀਆਂ ਫਿਰ ਉਹਨਾਂ ਕੋਲ ਵੱਡੇ ਫੰਡ ਲੈ ਕੇ ਜਿਹੜਾ ਸਿਸਟਮ ਹੈ ਪੂਰਾ ਉਸ ਨੂੰ ਖਰੀਦਿਆ ਜਾਂਦਾ ਆ। ਮੀਡੀਆ ਨੂੰ ਇਹ ਖਰੀਦਿਆ ਜਾਂਦਾ, ਜਿਹੜਾ ਭਾਰਤ ਦਾ ਮੀਡੀਆ ਜਿਹੜਾ ਆ ਉਹ ਨੈਸ਼ਨਲ ਮੀਡੀਆ ਜਿਹੜਾ ਉਹਨੂੰ ਖਰੀਦਦੇ ਆ। ਤੇ ਇਸ ਕਰਕੇ ਕੁਝ ਵੀ ਕਹਿਣਾ ਜਿਹੜਾ ਉਹ ਮੁਮਕਿਨ ਨਹੀਂ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਵੀ ਸਰਕਾਰ ਜੇ ਮੈਂ ਕਹਿ ਲਵਾਂ ਕਿ ਦਿਨ ਲੰਘਾ ਰਹੀ ਆ ਤਾਂ ਇਸ ਦੇ ਵਿੱਚ ਕੋਈ ਵੀ ਅਤਕਥਨੀ ਨਹੀਂ ਗੀ, ਕਿਉਂਕਿ ਸਰਕਾਰ ਵੀ ਕੋਈ ਇਸ ਤਰ੍ਹਾਂ ਦਾ ਰਾਹਤ ਭਰਿਆ ਫੈਸਲਾ ਅਜੇ ਤੱਕ ਵੀ
ਦੇ ਨਹੀਂ ਸਕੀ, ਜਿਸ ਦੇ ਨਾਲ ਲੋਕ ਇਹ ਮਹਿਸੂਸ ਕਰਨ ਕਿ ਹਾਂ ਵਾਕਿਆ ਹੀ ਉਹਨਾਂ ਨੂੰ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਜਾਣ ਤੋਂ ਬਾਅਦ ਦੇ ਵਿੱਚ ਕਾਂਗਰਸ ਆਉਣ ਤੋਂ ਬਾਅਦ ਦੇ ਵਿੱਚ ਕੁਝ ਰਾਹਤ ਮਿਲੀ ਹੈ। ਬਿਜਲੀ ਦੇ ਰੇਟ ਜਿਹੜੇ ਆ ਹਰਿਆਣੇ ਨਾਲੋਂ ਪੰਜਾਬ ਦੇ ਵਿੱਚ ਜ਼ਿਆਦਾ ਨੇ। ਬੁਢਾਪਾ ਪੈਨਸ਼ਨ ਜਿਹੜੀ ਆ, ਜੇ ਕੋਈ ਬਜ਼ੁਰਗ ਕੰਮਕਾਰ ਨਹੀਂ ਕਰ ਸਕਦਾ ਤਾਂ ਹਾਂ ਉਹਦਾ ਇਹਨਾਂ ਤੇ ਹੱਕ ਬਣਦਾ ਨਾ ਕਿ ਹਾਂ ਸਰਕਾਰ ਉਸਨੂੰ ਕੁਝ ਪੈਸੇ ਦੇਵੇ, ਉਸਨੇ ਆਪਣੀ ਦਵਾਈ ਦਾਰੂ ਲੈਣਾ ਆ। ਉਸ ਵਾਸਤੇ ਵੀ ਅਜੇ ਤੱਕ ਸਰਕਾਰ ਜਿਹੜੀ ਆ ਉਹ ਪੈਨਸ਼ਨਾਂ ਦੇਣ ਦੇ ਵਿੱਚ ਵੀ ਸਫਲ ਜਿਹੜੀ ਆ ਉਹ ਨਹੀਂ ਹੋਈ। ਪਰ ਜੇਕਰ ਪੈਨਸ਼ਨ ਮੰਨ ਲਓ ਦਿੰਦੀ ਵੀ ਆ 500-700 ਰੁਪਇਆ ਮਹੀਨੇ ਦਾ, ਤਾਂ 500-700 ਰੁਪਏ ਦੇ ਵਿੱਚ ਕੁਛ ਨਹੀਂ ਬਣਦਾ। ਸੋ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਲੋਕ ਜਿਹੜੇ ਆ ਬਹੁਤੇ ਖੁਸ਼ ਨਜ਼ਰ ਜਿਹੜੇ ਆ ਉਹ ਨਹੀਂ ਆ ਰਹੇ ਜੀ। ਤੇ ਇਹਦੇ ਵਿੱਚ ਫਿਰ ਕੋਈ ਲੋਕਾਂ ਨੇ ਕੋਈ ਇਮਾਨਦਾਰੀ ਦੇ ਨਾਲ ਵੋਟਾਂ ਤੇ ਲੋਕੀ ਪਾ ਦਿੰਦੇ ਆ, ਭਾਵੇਂ ਉਹ ਕਾਂਗਰਸ ਸਰਕਾਰ ਨੂੰ ਪਾਤੀਆਂ ਇਸ ਵਾਰੀ, ਪਿਛਲੀ ਵਾਰੀ 10 ਸਾਲ ਅਕਾਲੀ ਸਰਕਾਰ ਨੂੰ ਪਾਤੀਆਂ, ਹਮੇਸ਼ਾ ਹੀ ਜਦੋਂ ਵੀ ਘਾਟਾ ਪੈਂਦਾ ਇਹ ਲੋਕਾਂ ਨੂੰ ਹੀ ਪੈਂਦਾ। ਪਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਦੇ ਪਾਈਆਂ ਵੋਟਾਂ ਦੇ ਜ਼ਰੀਏ ਅਸੀਂ ਜਿੱਤ ਕੇ ਇਸ ਵੇਲੇ ਇਸ ਥਾਂ ਦੇ ਉੱਤੇ ਬੈਠੇ ਆ। ਪਰ ਸੋਚ ਜਿਹੜੀ ਹੈਗੀ ਹੈ ਸਰਕਾਰਾਂ ਦੀ ਛੋਟੀ ਕਿਉਂ ਰਹਿ ਜਾਂਦੀ ਹੈ? ਦੇਖੋ ਜੀ, ਸਾਰੇ ਜਿੰਨੀਆਂ ਵੀ ਪਾਰਟੀਆਂ ਦੇਖ ਕੇ ਅਸੀਂ ਚੱਲੀਏ, ਸਾਰੀਆਂ ਹੀ ਪਾਰਟੀਆਂ ਜਿਹੜੀਆਂ ਆ ਉਹ ਵੋਟਾਂ ਤੋਂ ਪਹਿਲਾਂ ਕੁਝ ਹੋਰ ਹੁੰਦੀਆਂ ਨੇ। ਜਦੋਂ ਸੱਤਾ ਦੇ ਵਿੱਚ ਆ ਜਾਂਦੀ ਹੈ ਕੋਈ ਧਿਰ ਤਾਂ ਉਸਦਾ ਬੋਲਣ ਦਾ ਲਹਿਜ਼ਾ ਜਿਹੜਾ ਹੈ ਉਹ ਬਦਲ ਜਾਂਦਾ ਆ। ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਨਹੀਂ ਕੀਤੇ ਜਾਂਦੇ। ਅਜੇ ਤੱਕ ਦੁਨੀਆ ਦੀ ਗੱਲ ਕਰੀਏ ਤਾਂ ਲੋਕ ਜਿਹੜੇ ਆ, ਅਮਰੀਕਾ ਦੀ ਗੱਲ ਕਰੀਏ ਤਾਂ ਚੰਦਰਮਾ ਤੱਕ ਪਹੁੰਚ ਗਏ ਆ, ਪਰ ਇੱਥੇ ਲੋਕੀ ਅਜੇ ਵੀ ਗਲੀਆਂ ਨਾਲੀਆਂ ਬਣਾਉਣ ਦੇ ਵਿੱਚ ਹੀ ਫਸੇ ਹੋਏ ਆ ਕਿ ਸਾਡੀ ਗਲੀ ਨਹੀਂ ਬਣੀ, ਸਾਡੀ ਨਾਲੀ ਨਹੀਂ ਬਣੀ, ਸਾਡੇ ਆਹ ਨਹੀਂ ਹੋਇਆ। ਅਜਿਹੀਆਂ ਬੁਨਿਆਦੀ ਸਹੂਲਤਾਂ ਤੋਂ ਹੀ ਅਜੇ ਲੋਕ ਜਿਹੜੇ ਆ ਉਹ ਵਾਂਝੇ ਨੇ ਤੇ ਅਜੇ ਤੱਕ ਇਹੀ ਗੱਲਾਂ ਕਰ ਰਹੇ ਆ। ਤੇ ਅਜੇ ਮੈਂ ਸਮਝਦਾ ਕਿ ਕਈ ਸਾਲ ਬਾਅਦ ਵੀ ਜਿਸ ਤਰ੍ਹਾਂ ਦੀ ਇੱਥੇ ਗੰਧਲੀ ਰਾਜਨੀਤੀ ਚੱਲ ਰਹੀ ਆ ਉਸ ਨੂੰ ਮੁੱਖ ਰੱਖ ਕੇ ਦੇਖਿਆ ਜਾਵੇ ਤਾਂ ਐਜੂਕੇਸ਼ਨ ਦਾ ਕੋਈ ਸਿਸਟਮ ਨਹੀਂ, ਹੈਲਥ ਦਾ ਕੋਈ ਸਿਸਟਮ ਨਹੀਂ, ਕੋਈ ਟ੍ਰੈਫਿਕ ਰੂਲਸ ਨਹੀਂ ਹੈਗੇ। ਇਹ ਸਾਰੇ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਮੇਨਟੇਨ ਰੱਖਣਾ ਜਿਹੜਾ ਆ ਉਹ ਸਰਕਾਰ ਦਾ ਕੰਮ ਆ। ਸਾਰਾ ਕੰਮ ਜਿਹੜਾ, ਕਿਉਂਕਿ ਲੋਕਾਂ ਕੋਲ ਟੈਕਸ ਤਾਂ ਲੈ ਜਾਂਦੇ ਆ, ਗਊ ਟੈਕਸ ਜਿਹੜਾ ਆ ਉਹ ਲਾਇਆ ਜਾ ਰਿਹਾ ਬਿੱਲ ਦੇ ਵਿੱਚ, ਉਹ ਟੈਕਸ ਆ ਰਿਹਾ ਵਾ। ਇੱਥੇ ਅਵਾਰਾ ਗਊਆਂ ਜਿਹੜੀਆਂ ਆ ਸੜਕਾਂ ਦੇ ਉੱਤੇ ਲੋਕਾਂ ਦੇ ਐਕਸੀਡੈਂਟ ਕਰ ਰਹੀਆਂ ਨੇ। ਕੋਈ ਇਸ ਤਰ੍ਹਾਂ ਦਾ ਸਹੀ ਕੰਮ ਜਿਹੜਾ ਹੈ ਉਹ ਹੋ ਨਹੀਂ ਰਿਹਾ। ਜੇਕਰ ਗੱਲ ਕੀਤੀ ਜਾਵੇ ਸਰਕਾਰ ਦੀ, ਸਰਕਾਰ ਟੈਕਸ ਤਾਂ ਧੜਾ ਧੜ ਲਈ ਜਾ ਰਹੀ। ਹੁਣ ਵਿਕਾਸ ਟੈਕਸ ਇੱਕ ਲਗਾ ਦਿੱਤਾ ਆ ਜਿਹੜਾ 200 ਰੁਪਏ ਹਰ ਵਿਅਕਤੀ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ, ਉਸਨੇ ਆਪਣੀ ਸੈਲਰੀ ਦੇ ਵਿੱਚੋਂ 200 ਰੁਪਇਆ ਸਰਕਾਰ ਨੂੰ ਦੇਣਾ ਹੀ ਦੇਣਾ ਆ। ਉਹ ਟੈਕਸ ਜਿਹੜਾ ਆ ਸਰਕਾਰ, ਚਾਹੇ ਕੋਈ ਪ੍ਰਾਈਵੇਟ ਬੰਦਾ ਆ ਚਾਹੇ ਕੋਈ ਸਰਕਾਰੀ ਬੰਦਾ, ਉਸ ਤੋਂ ਲੈ ਰਹੀ ਆ। ਪਰ ਉਸ ਦੇ ਬਦਲੇ ਸਰਕਾਰ ਜਿਹੜੀ ਆ ਸਹੂਲਤ ਕੀ ਦੇ ਰਹੀ ਆ? ਲੋਕਾਂ ਨੂੰ ਕੋਈ ਵੀ ਪੁੱਛ ਨਹੀਂ ਰਿਹਾ। ਜੇਕਰ ਲੋਕ ਕਿਤੇ ਕੋਈ ਗੱਲ ਕਰਦੇ ਆ ਤਾਂ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਜਾਂ ਧਮਕੀਆਂ ਦਿੱਤੀਆਂ ਜਾਂਦੀਆਂ ਆ। ਜਾਂ ਤਾਂ ਗੱਲ ਇਹ ਚੱਲਦੀ ਆ ਕਿ ਅਕਾਲੀ ਆ ਗਏ ਤੇ ਕਾਂਗਰਸੀਆਂ ਤੇ ਪਰਚੇ, ਤੇ ਕਾਂਗਰਸੀ ਆ ਗਏ ਤੇ ਅਕਾਲੀਆਂ ਤੇ ਪਰਚੇ। ਅਜਿਹਾ ਸਿਸਟਮ ਜਿਹੜਾ ਸਾਰਾ ਚੱਲ ਰਿਹਾ। ਲੋਕ ਕਰਨ ਤੇ ਕੀ ਕਰਨ ਜਦੋਂ ਸਾਰੇ ਹੀ ਇੱਥੇ ਚੋਰ ਬੈਠੇ ਆ। ਵੋਟ ਪਾਉਣ ਦਾ ਵੀ ਕੀ ਫਾਇਦਾ? ਉਹ ਕਹਿੰਦੇ ਅਸੀਂ ਕਿਹਨੂੰ ਵੋਟ ਪਾਈਏ, ਕਿਹਨੂੰ ਚੁਣੀਏ, ਕੀ ਕਰੀਏ? ਅਜਿਹੀ ਹਾਲਤ ਜਿਹੜੀ ਉਹ ਬਣੀ ਆ। ਮਤਲਬ ਕਿ ਸਾਰਾ ਜਿਹੜਾ ਹੈਗਾ ਤਾਣਾ ਬਾਣਾ ਹੀ ਉਲਝਿਆ ਹੋਇਆ। ਤੇ ਮੈਨੂੰ ਤੇ ਤਾਣਾ ਬਾਣਾ ਹੀ ਉਲਝਿਆ ਹੋਇਆ। ਇਸ ਕਰਕੇ ਮੈਨੂੰ ਤਾਂ ਖੁਦ ਨੂੰ ਆਪ ਨੂੰ ਲੱਗਦਾ, ਮੇਰੇ ਖਿਆਲ ਨਾਲ ਇਹ 100, 150, 200 ਸਾਲ ਮਤਲਬ ਕਿ ਹਜੇ ਤੱਕ ਉਹ ਤਾਣਾ ਬਾਣਾ ਜਿਹੜਾ ਨਾ ਸੁਲਝਣਾ ਨਹੀਂ ਹੈਗਾ। ਚਲੋ ਖੈਰ, ਇਸ ਗੱਲ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਕਿਉਂਕਿ ਸਾਡੇ ਜਿਹੜੇ ਗੈਸਟ ਵੀ ਆਏ ਹੈ ਉਹਨਾਂ ਦੇ ਵੀ ਜਿਹੜੇ ਹੈਗੇ ਅਸੀਂ ਵਿਊ ਇਹਦੇ ਬਾਰੇ ਲੈਣੇ ਨੇ। ਤੇ ਹਰਿੰਦਰ ਭਾਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਜਿਹੜਾ ਤੁਸੀਂ ਸਿੱਖ ਚੈਨਲ ਤੇ ਆਏ ਜੇ, ਮੇਰੇ ਪ੍ਰੋਗਰਾਮ ਦੇ ਵਿੱਚ ਆਏ ਜੇ, ਤੇ ਗਾਂ ਵੀ ਇਹੀ ਉਮੀਦ ਕਰਦਾ ਕਿ ਇਸ ਤਰ੍ਹਾਂ ਹੀ ਤੁਸੀਂ ਜਿਹੜੀਆਂ ਪੰਜਾਬ ਦੀਆਂ ਤਾਜ਼ਾ ਖਬਰਾਂ ਜਿਹੜੀਆਂ ਹੈਗੀਆਂ ਨੇ ਉਹ ਸਿੱਖ ਚੈਨਲ ਜਰੀਏ ਲੋਕਾਂ ਤੱਕ ਪਹੁੰਚਾਓਗੇ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ ਜੀ। ਤੇ ਖੁਸ਼ਵਿੰਦਰ ਜੀ, ਤੇ ਤੁਸੀਂ ਸਾਰੀ ਗੱਲਬਾਤ ਸੁਣੀ ਹੈ, ਪੰਜਾਬ ਦੇ ਹਾਲਾਤ ਜਿਹੜੇ ਹੈਗੇ ਨੇ ਉੱਥੇ ਦੱਸੇ ਨੇ। ਇਹਦੇ 'ਚ ਤੁਹਾਡਾ ਕੀ ਹੈਗਾ, ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆ ਰਿਹਾ? ਪਹਿਲੇ ਤੇ ਮੇਰੇ ਮਨ 'ਚ ਇਹੀ ਖਿਆਲ ਆਉਂਦਾ ਕਿ ਜਿੱਦਾਂ ਇੰਡੀਆ ਨੂੰ, ਭਾਰਤ ਨੂੰ ਸਭ ਤੋਂ ਪਹਿਲੇ ਵੱਡੀ ਉਹ ਕਹਿੰਦੇ ਸੀ ਡੈਮੋਕ੍ਰੇਸੀ ਕੰਟਰੀ ਉਹ ਹੈਗੀ ਹੈ, ਉਹਨੂੰ ਕਹਿੰਦੇ ਸੀਗੇ। ਬਟ ਮੇਰੇ ਖਿਆਲ ਨਾਲ ਉਹ ਅੱਜ ਇੱਕ ਪਰਿਭਾਸ਼ਾ ਬਣ ਕੇ ਹੀ ਰਹਿ ਗਈ ਹੈ। ਉਹ ਕਹਿੰਦੇ ਸੀ ਨਾ ਕਿ ਇਟਸ ਫॉर ਦ ਪੀਪਲ, ਬਾਏ ਦ ਪੀਪਲ, ਆਫ ਦ ਪੀਪਲ। ਬਟ ਉਹ ਹੁਣ ਖਾਲੀ ਜਿਹੜੇ ਅਮੀਰ ਲੋਕ ਹੈਗੇ ਨੇ, ਜਿਨ੍ਹਾਂ ਕੋਲ ਪੈਸਾ ਹੈਗਾ, ਉਹਨਾਂ ਵਾਸਤੇ ਹੀ ਹੈਗੀ ਆ, ਉਹਨਾਂ ਕਰਕੇ ਹੀ ਹੈਗੀ ਹੈ। ਕਿਉਂਕਿ ਉਸ ਦਾ ਫਾਇਦਾ ਖਾਲੀ ਉਹੀ ਲੋਕ ਉਠਾ ਰਹੇ ਨੇ ਜਿਹੜੇ ਸਾਡੇ
ਗਰੀਬ ਲੋਕ ਹੈਗੇ ਨੇ ਜਿਨ੍ਹਾਂ ਕੋਲ ਕੰਮ ਕਾਜ ਨਹੀਂ ਹੈਗੇ, ਜਿਨ੍ਹਾਂ ਤੋਂ ਅਸੀਂ ਮਜ਼ਦੂਰੀ ਤਾਂ ਪੂਰੀ ਲੈ ਲੈਂਦੇ ਹਾਂ ਪਰ ਉਹਨਾਂ ਨੂੰ ਆਪਣਾ ਉਹਦੀ ਮਜ਼ਦੂਰੀ ਦਾ ਉਹ ਰਕਮ ਦਿੰਦੇ ਨਹੀਂ ਆ ਜੋ ਦੇਣੀ ਚਾਹੀਦੀ ਹੈ। ਤੇ ਇਹਦਾ ਫਾਇਦਾ ਅਮੀਰ ਲੋਕੀ ਚੰਗੀ ਤਰ੍ਹਾਂ ਚੱਕਦੇ ਆ। ਕਿਸਾਨਾਂ ਨੂੰ ਆਪਾਂ ਵਾਅਦਾ ਕਰ ਦਿੰਦੇ ਹਾਂ ਜੀ ਹਾਂਜੀ ਵੋਟਾਂ ਤੋਂ ਪਹਿਲੇ ਕਿ ਤੁਹਾਡੇ ਕਰਜ਼ੇ ਅਸੀਂ ਮਾਫ ਕਰ ਦਾਂਗੇ, ਪਰ ਉਹ ਹੁੰਦਾ ਕੀ ਹੈ, ਨਥਿੰਗ। ਉਹ ਖਾਲੀ ਗੱਲਾਂ ਹੀ ਬਣ ਕੇ ਰਹਿ ਜਾਂਦੀਆਂ ਨੇ। ਬਿਲਕੁਲ ਉਹ ਚੀਜ਼ ਹੈਗੀ ਹੈ। ਤੇ ਖਾਲੀ ਮੈਂ ਇਹੀ ਕਹਾਂਗੀ ਕਿ ਆਮ ਲੋਕ ਵਾਸਤੇ ਤੁਸੀਂ ਜੇ ਪ੍ਰੋਮਿਸ ਕਰਦੇ ਹੋ ਉਹਨਾਂ ਨੂੰ ਪੂਰਾ ਵੀ ਕਰਨਾ ਚਾਹੀਦਾ ਹੈਗਾ ਵੇ। ਹੁਣ ਜਿੱਦਾਂ ਡੀਜ਼ਲ ਦੇ ਰੇਟ ਵੱਧ ਜਾਂਦੇ ਨੇ ਤੇ ਉਹਦਾ ਅਸਰ ਪੂਰੇ ਦੇ ਪੂਰੇ ਕਾਰੋਬਾਰ 'ਚ ਹੁੰਦਾ ਹੈ, ਕਿਉਂਕਿ ਟਰਾਂਸਪੋਰਟ ਮਹਿੰਗੀ ਹੋ ਗਈ ਤੇ ਆਪਣੇ ਆਪ ਹੀ ਸਾਰੀ ਚੀਜ਼ਾਂ ਮਹਿੰਗੀਆਂ ਹੋ ਹੀ ਜਾਂਦੀਆਂ ਨੇ। ਤੇ ਇਸ ਕਰਕੇ ਲੋਕਾਂ ਅੰਦਰ ਗੁੱਸਾ ਆਉਂਦਾ ਹੈ, ਉਹ ਫਿਰ ਗਲਤ ਰਸਤੇ ਫੜਦੇ ਹੈਗੇ ਆ, ਦੂਜੇ ਪਾਸੇ ਜਾਂਦੇ ਹੈਗੇ ਆ ਤੇ ਉਸ ਦਾ ਅਸਰ ਪੂਰੀ ਕੰਟਰੀ ਦੇ ਉੱਤੇ, ਪੂਰੀ ਸਥਿਤੀ ਦੇ ਉੱਤੇ ਪੈਂਦਾ ਹੈ। ਬਿਲਕੁਲ ਬਿਲਕੁਲ ਜੀ ਬਿਲਕੁਲ। ਤੇ ਸਰਬਜੀਤ ਭਾਜੀ ਤੁਹਾਡੇ ਕੋਲ ਮੈਂ ਪੁੱਛਣਾ ਚਾਹੁੰਦਾ, ਤੁਸੀਂ ਤੇ ਹੁਣੇ ਹੀ ਇੰਡੀਆ ਤੋਂ ਆਏ ਜੇ ਤੇ ਕਾਫੀ ਤੁਸੀਂ ਨੌਕਰੀ ਪੇਸ਼ਾ ਬੰਦੇ ਜੇ, ਤੇ ਜਦੋਂ ਇਦਾਂ ਦੇ ਟੈਕਸ ਜਿਹੜੇ ਹੈਗੇ ਆ ਇੱਕ ਮਿਡਲ ਕਲਾਸ ਆਦਮੀ ਦੇ ਉੱਤੇ ਲੱਗਦੇ, ਜਿਹਦਾ ਪਰਿਵਾਰ ਹੈ, 2-3 ਘਰ ਦੇ ਵਿੱਚ ਬੱਚੇ ਆ, ਫੈਮਿਲੀ ਨੂੰ ਚਲਾਉਣਾ ਅੱਜ ਕੱਲ੍ਹ ਬਹੁਤ ਹੀ ਔਖਾ ਹੋਇਆ ਇੰਡੀਆ ਦੇ ਵਿੱਚ। ਬੇਸ਼ੱਕ ਅਸੀਂ ਵੀ ਉੱਥੋਂ ਹੀ ਆਏ ਹੋਏ ਆ, ਪਰ ਹਰ ਸਾਲ ਜਦੋਂ ਉੱਥੇ ਜਾ ਕੇ ਹਾਲਾਤ ਦੇਖੀ ਦੇ, ਮਹਿੰਗਾਈ ਜਿਹੜੀ ਹੈਗੀ ਪਹਿਲਾਂ ਕਿੱਥੇ ਸੀ ਹੁਣ ਕਿੱਥੇ ਚਲ ਗਈ ਹੈ, ਤੇ ਉਹਦੇ ਬਾਰੇ ਤੁਸੀਂ ਦੱਸੋ ਕਿ ਕਿੱਦਾਂ ਦਾ ਉਦੋਂ ਫਿਰ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ? ਸਰਕਾਰਾਂ ਤੇ ਗੁੱਸਾ ਚੜ੍ਹਦਾ ਆ ਕਿ ਸਰਕਾਰਾਂ ਨੇ ਇਹ ਜਿਹੜੇ ਟੈਕਸ ਲਾਤੇ, ਫਲਾਣਾ ਕਰ ਦਿੱਤਾ, ਮਹਿੰਗਾਈ ਜਿਹੜੀ ਹੈਗੀ ਆ ਕਿਉਂ ਨਹੀਂ ਰੋਕ ਰਹੀ? ਦੇਖੋ ਜੀ ਭਾਜੀ, ਮੈਂ ਤੇ ਕਹਿਣਾ ਚਾਹੁੰਦਾ ਆ ਕਿ ਜੋ ਸਰਕਾਰਾਂ ਪਹਿਲੇ ਵਾਅਦੇ ਕਰਦੀਆਂ ਆ ਜਾਂ ਤਾਂ ਉਹ ਵਾਅਦੇ ਪਹਿਲੇ ਕਰਨ ਨਾ, ਜੇ ਵਾਅਦੇ ਕਰਦੀਆਂ ਤੇ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਆ। ਪਰ ਉਹ ਕਹਿੰਦੇ ਨਾ ਕਿ ਜੋ ਵਾਅਦੇ ਕਰਦੀਆਂ ਨੇ ਵੋਟਾਂ ਵੀ ਉਹ ਵਾਅਦੇ ਦੇ ਸਿਰ ਤੇ ਹੀ ਮਿਲਦੀਆਂ ਨੇ। ਜੀ ਮਿਲਦੀਆਂ ਤਾਂ ਹੈ, ਜਾਂ ਤਾਂ ਉਹਨਾਂ ਦੇ ਕੋਈ ਰੂਲ ਬਣਨਾ ਚਾਹੀਦਾ ਕਿ ਕੋਈ ਵੀ ਗਵਰਨਮੈਂਟ ਆਉਂਦੀ ਆ ਪਹਿਲੇ ਤੋਂ ਵਾਅਦੇ ਹਰ ਗਵਰਨਮੈਂਟ ਕਰ ਲੈਂਦੀ ਆ, ਕੋਈ ਵੀ ਲਾਲਚ ਨੂੰ ਫਿਰ ਹਰ ਕੋਈ ਵੋਟ ਦੇ ਦਿੰਦਾ, ਜਾਂ ਤਾਂ ਉਹਨਾਂ ਦੇ ਉੱਤੇ ਕੋਈ ਰੂਲ ਬਣੇ ਕਿ ਜੋ ਵਾਅਦੇ ਕੀਤੇ ਉਹ ਪੂਰੇ ਕਰਨ, ਜੇ ਨਹੀਂ ਵਾਅਦੇ ਪੂਰੇ ਕਰਨੇ ਤਾਂ ਉਹ ਕੋਈ ਵਾਅਦਾ ਨਾ ਦੇਵੇ, ਕਿਉਂਕਿ ਆਮ ਆਦਮੀ ਨੂੰ ਜੀਣਾ ਬਹੁਤ ਫਿਰ ਪੰਜਾਬ 'ਚ ਮੁਸ਼ਕਲ ਹੋ ਜਾਂਦਾ ਆ, ਕਿਉਂਕਿ ਗਰੀਬ ਆਦਮੀ ਕੀ ਕਰ ਸਕਦਾ। ਦੇਖੋ ਇੰਨੀ ਮਹਿੰਗਾਈ ਦੇ ਵਿੱਚ ਡੀਜ਼ਲ ਦੇ ਤੇਲ ਪਹਿਲੇ ਤੋਂ ਗਵਰਨਮੈਂਟਾਂ ਵਾਅਦੇ ਕਰ ਲੈਂਦੀਆਂ ਸੱਤਾ ਦੇ ਵਿੱਚ ਆਉਣ ਲਈ ਕਿ ਅਸੀਂ ਡੀਜ਼ਲਾਂ ਦੇ ਰੇਟ ਘਟਾ ਦਾਂਗੇ, ਪਰ ਉਹ ਘਟਾ ਵੀ ਦਿੰਦੇ ਆ, ਘਟਾ ਦਿੰਦੇ 10 ਰੁਪਏ ਵਧਾ ਕੇ ਮੁੜ ਕੇ 2 ਰੁਪਏ ਘਟਾ ਦਿੰਦੇ, ਲੋਕਾਂ ਨੇ ਖੁਸ਼ ਹੋ ਜਾਂਦੇ, ਖੁਸ਼ ਹੋ ਜਾਣਾ, ਫਿਰ ਕਹਿ ਦਿੰਦੇ ਕਿ ਪਿੱਛੋਂ ਰੇਟ ਵੱਧ ਗਏ, ਅਸੀਂ ਕੀ ਕਰ ਸਕਦੇ ਹਾਂ। ਤੇ ਜਿਸ ਟਾਈਮ ਅਸੀਂ ਵਾਅਦਾ ਕਰਦੇ ਹਾਂ ਉਸ ਟਾਈਮ ਸਾਨੂੰ ਵੀ ਸੋਚਣਾ ਚਾਹੀਦਾ ਗਵਰਨਮੈਂਟ ਨੂੰ ਕਿ ਅਸੀਂ ਵਾਅਦਾ ਕਰਦੇ ਜੇ ਪਿੱਛੋਂ ਰੇਟ ਵੱਧ ਗਏ ਤੇ ਫਿਰ ਉਹਦੇ ਬਾਰੇ ਅੱਗੇ ਫਿਊਚਰ ਬਾਰੇ ਵੀ ਕੁਝ ਸੋਚਣਾ ਚਾਹੀਦਾ ਇਹਨਾਂ ਨੂੰ। ਹਾਂਜੀ, ਜਿੱਦਾਂ ਰਣਜੀਤ ਜੀ ਇਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ। ਜਿੱਦਾਂ ਉਹ ਵਾਅਦੇ ਕਰਦੇ ਆ, ਜਦ ਤੁਸੀਂ ਕਿਹਾ ਕਿ ਦੂਜੇ ਪਾਸੇ ਉਹ ਘਟਾ ਵੀ ਦਿੰਦੇ ਆ, ਪਰ ਜੇ ਡੀਜ਼ਲ ਦੇ ਰੇਟ ਘਟਾਤੇ ਤੇ ਦੂਜੇ ਪਾਸੇ ਉਹਨਾਂ ਨੇ ਰੇਲ ਗੱਡੀਆਂ ਦੇ ਕਿਰਾਏ ਵਧਾਤੇ ਜਾਂ ਕਿਤੇ ਹੋਰ ਕਿਸੇ ਹੋਰ ਜਿੱਦਾਂ ਆਮ ਹੀ ਟੈਕਸ ਕੋਈ ਵੀ ਬਣਾਤਾ, ਜਿੱਦਾਂ ਉਹਨਾਂ ਨੇ ਕਿਹਾ ਵਿਕਾਸ ਟੈਕਸ ਹੁਣ ਬਣਾਤਾ ਹੈ, ਕੋਈ ਲੋਕੀ ਨਹੀਂ ਦੇ ਸਕਦੇ ਜਿਨ੍ਹਾਂ ਦੇ ਹੱਥ 'ਚ ਨਹੀਂ ਹੁੰਦੇ, ਤੇ ਕਿਸੇ ਨਾ ਕਿਸੇ ਤਰਫ ਪੈਸਾ ਇਕੱਠਾ ਉਹ ਕਰ ਹੀ ਲੈਣ, ਕੋਈ ਨਾ ਕੋਈ ਪਲੈਨਿੰਗ ਉਹਨਾਂ ਦੇ ਦਿਮਾਗ 'ਚ ਆਲਰੇਡੀ ਹੋ ਹੀ ਜਾਂਦੀ ਆ। ਤੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਜੇ? ਰਣਜੀਤ ਜੀ, ਇਸ ਤਰ੍ਹਾਂ ਕਿ ਦੇਖੋ ਗਵਰਨਮੈਂਟ ਕੋਈ ਵੀ ਆਵੇ ਨਾ, ਤੇ ਇੰਡੀਅਨ ਸਿਵਲ ਸਰਵਿਸ ਜਾਂ ਇੰਡੀਅਨ IAS ਜਿਹੜੇ ਆਫਿਸਰਸ ਹੁੰਦੇ ਨੇ, ਦੇ ਆਰ ਦਾ ਵਨਸ ਹੂ ਰਨ ਦਾ ਕੰਟਰੀ। ਉਹ ਸਟੇਟ ਨੂੰ ਰਨ ਕਰਦੇ ਨੇ। ਜਿਹੜੇ ਉਹ ਪੋਲੀਟੀਸ਼ੀਅਨ ਜਿਹੜਾ ਮਰਜ਼ੀ ਆ ਜਾਵੇ, ਉਹ ਜਿਹੜਾ ਸਿਸਟਮ ਚੱਲਦਾ ਹੁੰਦਾ ਉਹ IAS ਆਫਿਸਰਸ ਦੇ ਹਿਸਾਬ ਨਾਲ ਚੱਲਦਾ, ICS ਆਫਿਸਰਸ ਦੇ ਹਿਸਾਬ ਨਾਲ ਚੱਲਦਾ ਹੈਗਾ। ਸੋ ਉਹਨਾਂ ਕੋਲੋਂ ਪੁੱਛਣਾ ਚਾਹੀਦਾ ਹੈਗਾ ਕਿ ਤੁਹਾਡੇ 5 ਸਾਲ ਦਾ ਪਲਾਨ ਕੀ ਹੈਗਾ, 10 ਸਾਲ ਦਾ ਪਲਾਨ ਕੀ ਹੈਗਾ, 15 ਸਾਲ ਦਾ ਪਲਾਨ ਕੀ ਹੈਗਾ। ਗਵਰਨਮੈਂਟ ਜਿਹੜੀ ਵੀ ਆ ਜਾਵੇ, ਦੇ ਆਰ ਦਾ ਵਨਸ ਹੂ ਡਿਸਾਈਡ। ਇੱਥੇ ਅਮਰੀਕਨ ਇਸ ਕੰਟਰੀ 'ਚ ਤਾਂ ਵਿੱਚ ਇਦਾਂ ਹੀ ਹੈ। ਉੱਥੇ ਵੀ ਇਸ ਤਰ੍ਹਾਂ IAS ਐਗਜ਼ਾਮ ਉੱਥੇ ਵੀ ਹੁੰਦੇ ਨੇ। ਅੱਛਾ ਜੀ। ਉੱਥੇ ਵੀ ਅਫਸਰਸ ਬਣਦੇ ਨੇ। ICS ਐਗਜ਼ਾਮ ਉੱਥੇ ਵੀ ਹੁੰਦੇ ਨੇ, ਉਹਨਾਂ ਦੇ ਵੀ ਅਫਸਰ ਬਣਦੇ ਨੇ। ਉਹ ਗਵਰਨਮੈਂਟ ਨੂੰ ਰਨ ਕਰਦੇ ਨੇ, ਪੋਲੀਟੀਸ਼ੀਅਨਸ ਨਹੀਂ ਰਨ ਕਰਦੇ। ਪੋਲੀਟੀਸ਼ੀਅਨਸ ਆ ਫਿਗਰ ਹੈਡਸ। ਹਾਂਜੀ, ਉਹ ਜਿਹੜੇ ਹੈਗੇ ਦੇ ਆਰ ਰਿਸਪੌਂਸਿਬਲ ਕਿ ਪੈਸੇ ਕਿੱਥੋਂ ਆਏ ਨੇ, ਕਿੱਥੇ ਲਗਾਉਣੇ ਨੇ, ਅੱਗੇ ਪ੍ਰੋਗਰੈਸ ਕਿੱਥੇ ਚੱਲੇਗੀ। ਭਾਵੇਂ ਅਮਰੀਕਾ ਦੇਖ ਲਓ, ਭਾਵੇਂ ਇੱਥੇ ਦੇਖ ਲਓ, ਭਾਵੇਂ ਐਨੀ ਕੰਟਰੀ ਆਫ ਦ ਵਰਲਡ, ਇਟਸ ਦ ਆਫਿਸਰਸ, ਐਡਮਿਨਿਸਟ੍ਰੇਟਿਵ ਆਫਿਸਰਸ, ਸਿਵਲ ਸਰਵਿਸ ਆਫਿਸਰਸ who run the country. ਬਾਕੀ they have to get it through by the members of the parliament, ਆਪਣਾ ਜਿਹੜੇ ਦੂਸਰੇ ਹੁੰਦੇ ਨੇ who elected members, but they should be asked ਕਿ ਤੁਸੀਂ ਇੰਨੀ ਦੇਰ ਦੇ ਇੱਥੇ ਬੈਠੇ ਹੋਏ, ਤੁਸੀਂ ਤਾਂ ਨਹੀਂ ਬਦਲੇ ਹੈਗੇ, ਤੁਸੀਂ 15 ਸਾਲ ਦੇ 20 ਸਾਲ ਦੇ ਇੱਥੇ ਬੈਠੇ ਹੋਏ ਹੈਗੇ ਹੋ, ਤੁਸੀਂ ਕੀ ਦੇਖਿਆ ਹੈਗਾ ਕਿ ਅੱਗੇ ਪ੍ਰੋਗਰੈਸ ਕਿੱਥੇ ਜਾਏਗੀ। ਤੁਸੀਂ ਇਹਨਾਂ ਨੂੰ ਪੋਲੀਟੀਸ਼ੀਅਨ ਨੇ ਉਹਨਾਂ ਤੇ ਆਪਣੇ ਪੈਸੇ ਕਮਾਉਣ ਵਾਸਤੇ ਉੱਥੇ ਆਉਣਾ। ਵੀ ਨੋ ਦੈਟ ਕਿ ਉਹ ਇਲੈਕਸ਼ਨ ਲੜਦੇ ਪਏ ਨੇ ਟੂ ਅਰਨ ਮਨੀ, ਠੀਕ ਹੈ। ਬਟ ਦ ਸਿਵਲ ਸਰਵੈਂਟਸ ਹੂ ਆਰ ਦੇਅਰ,
they have the power to stop it, and they should know कि किस तरह ਅੱਗੇ ਲੈ ਕੇ ਜਾਣਾ ਹੈਗਾ। ਅਗਰ ਉਹ ਨਹੀਂ ਕਰਦੇ ਪਏ ਹੈਗੇ ਨੇ then they should be told to get away and do give to somebody else। ਇਹ ਜਿਹੜੀ ਪਾਵਰ ਜਿਹੜੀ ਹੈਗੀ ਹੈ ਉਥੇ ਦੀ ਜਨਤਾ ਦੇ ਹੱਥ ਦੇ ਵਿੱਚ ਹੈ। See, that is, ਇਹ ਕਿਉਂ ਨਹੀਂ ਯੂਜ਼ ਕਰਦੀ? that is another thing। ਉਹ ਜਨਤਾ ਜਿਸ ਤਰ੍ਹਾਂ ਹੁਣ ਖੁਸ਼ਪ੍ਰੀਤ ਜੀ ਨੇ ਕਿਹਾ ਹੈਗਾ ਕਿ ਡੈਮੋਕ੍ਰੇਸੀ ਵਿੱਚ ਉਹ ਇਲੈਕਟਡ ਹੁੰਦੇ ਨੇ ਲੋਕਾਂ ਕਰਕੇ। ਉਹ ਇਲੈਕਸ਼ਨ ਕੇ ਇਲੈਕਟ ਹੋ ਗਏ ਨੇ ਤੇ ਲੋਕਾਂ ਦੀ ਮਦਦ ਕਰਨ ਵਾਸਤੇ ਹੋਏ ਨੇ ਤੇ ਲੋਕਾਂ ਵਾਸਤੇ ਹੋਏ ਨੇ ਤੇ ਲੋਕਾਂ ਦੇ ਹੀ ਹੈਗੇ ਨੇ ਉਹ। ਦੇ ਆਰ ਫॉर द ਪੀਪਲ ਬਾਈ ਦ ਪੀਪਲ ਐਂਡ ਆਫ ਦ ਪੀਪਲ। ਲੋਕਾਂ ਨੂੰ ਇਹ ਦੱਸਿਆ ਨਹੀਂ ਗਿਆ ਹੈਗਾ ਕਿ ਅਗਰ ਉਹਨਾਂ ਨੇ ਕੰਮ ਨਹੀਂ ਕੀਤਾ ਕਿ ਉਹਨਾਂ ਨੂੰ ਥੱਲੇ ਕਿਸ ਤਰ੍ਹਾਂ ਲਾਇਆ ਜਾ ਸਕਦਾ ਹੈ। nobody knows, they have not been told, if you don't do this in 5 years, if you don't do this in 2 years, we can pull you down। nobody's been told how they can do it। अगर वो तरीका अगर वो अगली बारी कोई आए तो उन्होंने इलेक्शन करने से इलेक्शन तो पहले आके मैं तुहानू ਇਹ ਕਰਦਾ उन्होंने कहा अगर तुसी ना किया तो तुहानू थल्ले लाने का तरीका दसो की हैगा। बिल्कुल बिल्कुल ਇਹ ਪੁਆਇੰਟ ਹੈ। अगर तुसी ना किया we got to get you down। तुसी ਤੁਹਾਡੇ ਜਗ੍ਹਾ ਕਿਸੇ ਹੋਰ ਨੂੰ ਬਿਠਾਵਾਂਗੇ। we have to let the public know that they have the power। ਵੋਟ ਜਿਹੜੀ ਹੈਗੀ ਉਹਦੀ 2 ਲੱਖ ਰੁਪਏ ਜਾਂ ਕਰੋੜ ਰੁਪਏ ਕੀਮਤ ਨਹੀਂ ਹੈਗੀ। ਉਹਦੇ ਕੀਮਤ ਪਾ ਨਹੀਂ ਸਕਦੇ ਉਹਦੇ ਉੱਪਰ। ਯੂ ਕਾਂਟ ਪੁੱਟ ਅ ਵੈਲਿਊ ਟੂ ਇਟ। ਜਿੰਨਾ ਚਿਰ ਤੱਕ ਪਬਲਿਕ ਨੂੰ ਇਹ ਪਤਾ ਨਹੀਂ ਲੱਗੇਗਾ ਕਿ ਇੱਕ ਸ਼ਰਾਬ ਦੀ ਬੋਤਲ ਪਿੱਛੇ ਜਾ ਕੇ ਕਿਸੇ ਨੇ ਵੀ ਵੋਟ ਪਾਤੀ, ਇਟਸ ਰੋਂਗ। ਇੱਕ ਸ਼ਰਾਬ ਦੀ ਬੋਤਲ ਵੈਲਿਊ ਨਹੀਂ ਹੈਗੀ। ਤੁਹਾਡੀ ਜਿਹੜੀ ਵੈਲਿਊ ਤੁਹਾਡੀ ਜ਼ਿੰਦਗੀ ਦੀ ਵੈਲਿਊ। ਅਗਰ ਤੁਹਾਡੇ ਕੋਲੋਂ ਇੱਕ ਸ਼ਰਾਬ ਦੀ ਬੋਤਲ ਦੇ ਕੇ ਵੋਟ ਲਿੱਤੀ ਹੈ, ਤੁਹਾਡੇ ਕੋਲੋਂ 15-20 ਬੋਤਲਾਂ ਸ਼ਰਾਬ ਦੇ ਕੱਢ ਕੇ ਤਾਂ ਉਹਨਾਂ ਨੇ और पैसे कमाने ने तुहाडे कोल। पीपल हैव टू अंडरस्टैंड दिस। तो उत्थे ठीक है झूठ हैगा। जिन्ना चिर ते सच्चाई नहीं आएगी पंजाब विच, जिन्ना चिर ते सच्चाई पूरे इंडिया विच नहीं आएगी, उन्ना चिर ते कुछ ठीक नहीं हो सकता। हुण तुसी देखो इत्थे तुसी जिन्नी मर्जी वड्डी गाल कर दो किसी नूं वो सुन लेगा, पर जदों तुसी उहने कहोगे ना तू झूठा हैगा, उन्हें डंडा ला के खड़ा हो जाना मैं झूठ क्यों बोल रहा तो मैं झूठा नहीं हैगा। उत्थे झूठा कहते कहते ठीक है सारी दुनिया झूठ बोलती, बाकी कोई होर गाल कर दे कहते वो डंडा ला के खड़े हो जाते हैं। झूठ जिहड़ा हैगा सारियां तो वड्डी गाल हैगी है। हाँ जी, साडी सिक्खी जिहड़ी हैगी है सच दे उपर बनी हैगी है, सच दे उपर चलनी चाहिदी हैगी है। पंजाब सच दे उपर चलना चाहिदा हैगा। पर किन्ना तक यही दौर जिहड़ा हैगा चलदा रहू? ਇਲੈਕਸ਼ਨਾਂ ਦੇ ਟਾਈਮ ਤੇ ਸ਼ਰਾਬਾਂ ਵਰਤਾਈਆਂ ਜਾਂਦੀਆਂ, ਪੈਸਾ ਵੰਡਿਆ ਜਾਂਦਾ, ਜੇ ਉਧਰੋਂ ਨਹੀਂ ਤੇ ਕੋਈ ਨਾ ਕੋਈ ਬੇਅਦਬੀ ਦਾ ਕਾਂਡ ਹੋ ਜਾਂਦਾ, ਗੋਲੀਆਂ ਚੱਲ ਜਾਂਦੀਆਂ। ਵੀਰ ਜੀ ਇਹੀ ਗੱਲ ਹੈ। ਹੁਣ ਇੱਥੇ ਵੀ ਡਾਕਟਰ ਸਾਹਿਬ ਇੱਥੇ ਵੀ ਵੋਟਾਂ ਹੁੰਦੀਆਂ ਨੇ, ਕਿੱਦਾਂ ਪੀਸਫੁਲ ਹੁੰਦੀਆਂ, ਪਤਾ ਹੀ ਨਹੀਂ ਹੁੰਦਾ ਕਿ ਵੋਟਾਂ ਅੱਜ ਵੋਟਾਂ ਦਾ ਦਿਨ ਹੈ। ਵੀਰ ਜੀ ਤੁਸੀਂ ਬੇਅਦਬੀ ਦੀ ਗੱਲ ਕਰਦੇ ਪਏ ਹੈਗੇ ਹੋ। ਕਿਸੇ ਨੇ ਇਹ ਨਹੀਂ ਸੋਚਿਆ ਕਿ ਉਹਦਾ ਟਾਈਮਿੰਗ ਕੀ ਸੀਗਾ। 2 ਸਾਲ ਪਹਿਲਾਂ ਹੋਈ ਸੀ। ਹਾਂਜੀ, ਇਲੈਕਸ਼ਨ ਦੇ ਵੇਲੇ ਪਹਿਲਾਂ ਥੋੜੀ ਹੋਈ ਸੀਗੀ। ਹਾਂਜੀ, ਉਸ ਵੇਲੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਤੁਹਾਡੀ ਅਟੈਂਸ਼ਨ ਇਸ ਪਾਸੇ ਡਾਈਵਰਟ ਕਰਕੇ ਪਿੱਛੇ ਉਹਨਾਂ ਨੇ ਹੋਰ ਕੀ ਕੁਝ ਕਰ ਲਿੱਤਾ ਜਿੱਥੇ ਤੁਹਾਡੇ ਖਿਆਲ ਹੀ ਨਹੀਂ ਗਿਆ। ਹਾਂਜੀ, ਉਸ ਪਾਸੇ ਧਿਆਨ ਦੇਵੋ ਨਾ ਤੁਸੀਂ। ਹੁਣ ਤੁਸੀਂ ਇਹਦੇ ਬਾਰੇ ਬੇਅਦਬੀ ਬਾਰੇ ਕਿੰਨੀ ਵਾਰੀ टीवी ਦੇ ਉੱਪਰ ਰੇਡੀਓ ਦੇ ਉੱਪਰ ਕਨਵਰਸੇਸ਼ਨ ਹੋ ਗਈ, ਡਿਬੇਟ ਹੋ ਚੁੱਕੀ ਹੈਗੀ ਹੈ। ਇਟਸ ਟਾਈਮ ਟੂ ਫੋਰਗੇਟ ਇਟ। ਹੋ ਚੁੱਕਾ ਹੈਗਾ। ਜਿਨ੍ਹਾਂ ਦੀ ਜਾਨਾਂ ਗਈਆਂ ਨੇ ਉਹਨਾਂ ਦੇ ਵਾਸਤੇ ਉਹਨਾਂ ਬਾਕੀ ਲੋਕ ਮਾਫੀ ਮੰਗ ਲੈਣ। ਇਹ ਗਲਤੀ ਹੋਈ ਹੈਗੀ ਹੈ। ਜਿਨ੍ਹਾਂ ਨੇ ਵੀ ਕੀਤਾ ਹੈਗਾ ਉਹ ਸਾਹਮਣੇ ਆ ਜਾਣ, ਮਾਫੀ ਮੰਗਣ। ਲੋਕੀ ਮਾਫ ਕਰਨ ਨੂੰ ਤਿਆਰ ਹੈਗੇ ਨੇ। ਇੱਕ ਵਾਰੀ ਆ ਕੇ ਕਹਿ ਤੇ ਦੋ ਸੇ ਗਲਤੀ ਹੋ ਗਈ, ਅੱਗੇ ਤੋਂ ਨਹੀਂ ਕਰਾਂਗੇ, ਅੱਗੇ ਤੋਂ ਬਸ ਮਾਫੀ ਕਰ ਲਓ। ਪਰ ਬੇਅਦਬੀ ਉਸ ਵੇਲੇ ਹੋਈ ਹੈ, ਉਸ ਤੋਂ ਪਹਿਲਾਂ ਵੀ ਹੁੰਦੀ ਜਾ ਰਹੀ ਸੀ, ਹੁਣ ਵੀ ਹੋ ਰਹੀ ਹੈ, ਲਗਾਤਾਰ ਹੋ ਰਹੀ ਹੈ। ਅਗਰ ਗੁਰਦੁਆਰੇ ਵਿੱਚ ਕਿਰਪਾਨਾਂ ਨਿਕਲ ਰਹੀਆਂ ਤੇ ਉਹ ਵੀ ਬੇਅਦਬੀ ਹੈਗੀ ਵੀਰ ਜੀ। ਹਾਂਜੀ, ਬਿਲਕੁਲ। ਅਗਰ ਬੂਟ ਲੈ ਕੇ ਪੁਲਿਸ ਅੰਦਰ ਜਾ ਰਹੀ ਉਹ ਵੀ ਬੇਅਦਬੀ ਹੈਗੀ ਹੈ। ਹਾਂਜੀ, ਅਸੀਂ ਆਪਣੇ ਗੁਰੂ ਮਹਾਰਾਜ ਦੀ ਬੇਅਦਬੀ ਕਰ ਰਹੇ ਹਾਂ ਲਗਾਤਾਰ। ਗੁਰਦੁਆਰਾ ਪਤਾ ਨਹੀਂ ਬਰਮਿੰਗਮ ਕਿੰਨੇ ਗੁਰਦੁਆਰੇ ਹੈਗੇ ਨੇ, ਜਿੱਥੋਂ ਮੈਂ ਆਇਆ ਉੱਥੇ 10 ਗੁਰਦੁਆਰੇ ਹੈਗੇ ਨੇ। ਮੁਸ਼ਕਿਲ ਨਾਲ 17,000 ਪਾਪੂਲੇਸ਼ਨ ਹੈਗੀ ਹੈ ਸਿੱਖਾਂ ਦੀ ਉੱਥੇ। 10 ਗੁਰਦੁਆਰੇ। ਅਸੀਂ ਆਪਣੇ ਆਪ ਨੂੰ ਵੰਡਿਆ ਹੋਇਆ। ਜਿੰਨਾ ਚਿਰ ਤਾਈਂ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਮਤ ਨਹੀਂ ਹੁੰਦੇ ਨਾ, ਅਸੀਂ ਹੋਰ ਪੰਜਾਬ ਵਾਸਤੇ ਕੁਛ ਨਹੀਂ ਕਰ ਸਕਣਾ ਵੀਰ ਜੀਓ। ਵੀ ਹੈਵ ਟੂ ਬੀ ਵਨ।
ਅਗਰ ਅਸੀਂ ਅਲੱਗ-ਅਲੱਗ ਹੈਗੇ ਆ, ਅਸੀਂ ਕਹਿੰਦੇ ਆ ਕਿ ਸਾਨੂੰ ਡਿਵਾਈਡ ਕਰਕੇ ਲੋਕ ਗੋਰੇ ਆ ਕੇ ਸਾਨੂੰ ਲੁੱਟ ਕੇ ਲੈ ਗਏ, ਅਸੀਂ ਆਪਣੇ ਆਪ ਨੂੰ ਡਿਵਾਈਡ ਕੀਤਾ ਹੋਇਆ, ਉਹਨਾਂ ਨੂੰ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ ਸੀਗੀ। ਹਾਂਜੀ, ਅਸੀਂ ਪਹਿਲਾਂ ਜਿਹੜਾ ਕੋਈ ਆਇਆ, ਗਜ਼ਨੀ ਆਇਆ, ਮੁਗਲ ਆਏ, ਜਿਹੜੇ ਵੀ ਆਇਆ ਲੁੱਟ ਕੇ ਲੈ ਕੇ ਗਿਆ, ਗੋਰੇ ਵੀ ਆਏ ਲੁੱਟ ਕੇ ਲੈ ਕੇ ਗਏ, ਇਸੇ ਕਰਕੇ ਕਿ ਅਸੀਂ ਵੰਡੇ ਹੋਏ ਹਾਂ। ਹੁਣ ਅਸੀਂ ਉੱਥੋਂ ਦੀ ਆਪਣੇ ਆਪ ਨੂੰ ਲੁੱਟ ਕੇ ਪੈਸੇ ਬਾਹਰ ਕੱਢ ਲਈ ਜਾ ਰਹੇ ਹੈਗੇ। We are stealing the money from our country and sending it abroad, ਕਿਸੇ ਬਾਹਰ ਦੇ ਲੋਕਾਂ ਨੂੰ ਆਉਣ ਦੀ ਜ਼ਰੂਰਤ ਨਹੀਂ ਹੈਗੀ to steal from us। ਪਰ ਉਹ ਜਿਹੜਾ ਅਸੀਂ ਇੱਥੋਂ ਪੈਸਾ ਕੱਢ ਕੇ ਉੱਥੇ ਸੁੱਟੀ ਜਾਂਦੇ ਆ, ਕਿਉਂਕਿ ਅਸੀਂ ਉੱਥੋਂ ਆਏ ਹੋਏ ਆ, ਅਸੀਂ ਉਹ ਗਰੀਬੀ ਜਿਹੜੀ ਦੇਖੀ। ਪਰ ਹੁਣ ਪੰਜਾਬ ਜਿਹੜਾ ਹੈਗਾ ਇੱਕ ਪੈਸੇ ਪੱਖੋਂ ਤੇ ਬਹੁਤ ਉੱਪਰ ਗਿਆ ਹੋਇਆ, ਪਰ ਫਿਰ ਵੀ ਜਿਹੜੇ ਹੈਗੇ ਲੋਕਾਂ ਦੇ ਦਿਲ, ਘਰਾਂ ਦੀਆਂ ਤਜੋਰੀਆਂ ਤੇ ਭਰ ਗਈਆਂ, ਬਹੁਤ ਵੱਡੀਆਂ ਕਰ ਲਈਆਂ, ਪਰ ਦਿਲ ਜਿਹੜੇ ਹੈਗੇ ਆ ਛੋਟੇ ਕਰ ਲਏ। ਵੀਰ ਜੀ ਤੁਸੀਂ ਪਤਾ ਨਹੀਂ ਪਿੱਛੇ, I'm sorry I'm hogging the whole conversation, ਤੇ ਨਤਨਯਾਹੂ ਦੀ ਸਪੀਚ ਸੁਣੀ ਸੀ ਪਿੱਛੇ, ਇਜ਼ਰਾਈਲ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ, 2014 ਵਿੱਚ 5% ਗਲੋਬਲ ਇਕਨੋਮੀ ਦੀ ਜਿਹੜੀ ਉਹਨਾਂ ਦੀ IT ਡਿਪਾਰਟਮੈਂਟ ਸੀਗਾ ਉਹਨਾਂ ਕੋਲ ਸੀਗੀ 2014 ਵਿੱਚ। 2018 ਵਿੱਚ 95% of the global economy IT is with them। ਹਾਂਜੀ, ਉਹ ਹੁਣ ਕੌਣ ਚੋਰੀ ਕਰਕੇ ਲੈ ਕੇ ਜਾ ਸਕਦਾ ਹੈ? Nobody। ਉਹਦੇ ਵਾਸਤੇ you'll have to be clever, you'll have to study, you'll have to work hard। ਤੁਸੀਂ ਪੈਸੇ ਇਕੱਠੇ ਕਰੀ ਜਾਂਦੇ ਹੋ, ਕੱਲ को आके चोरी करके ले जाएगा। रियल वेल्थ इज हियर। बिल्कुल सही। ਅਸੀਂ ਰੋਜ਼ ਅਰਦਾਸ ਕਰਨੇ ਆ, 2 ਵਾਰੀ ਅਰਦਾਸ ਕਰਨੇ, ਵਾਹਿਗੁਰੂ ਜੀ ਮਨ ਨੀਵਾਂ ਤੇ ਮਤ ਉੱਚੀ ਰੱਖੋ। ਇਹ ਸਾਰੇ ਮਨ ਉੱਚਾ ਰੱਖਦੇ ਪਏ ਨੇ, ਮਤ ਆਪਣੀ ਪਤਾ ਨਹੀਂ ਕਦੋਂ ਦੀ ਵੇਚ ਆਏ ਨੇ। ਬਿਲਕੁਲ ਹਾਂਜੀ। and this is something that they need to think about। ਕਦੇ ਦਿਮਾਗ ਯੂਜ਼ ਕਰੋ, ਕਿਰਪਾਨਾ ਕੱਢਣੀ ਜਿਹੜੇ ਹੈਗੇ ਮਨ ਮਤ ਹੈਗੀ ਹੈ, ਦਿਮਾਗ ਦੀ ਗੱਲ ਨਹੀਂ ਹੈਗੀ। ਲੜਾਈ ਕਰਨੀ, ਡੰਡੇ ਮਾਰਨੇ, ਇਹ ਕਰਨਾ ਉਹ ਕਰਨਾ, ਇਹ ਸਭ ਇਹਨਾਂ ਵਿੱਚ ਤੇ ਬਾਕੀ ਜਾਨਵਰ ਜਿਹੜੇ ਉਹਨਾਂ 'ਚ ਕੋਈ ਫਰਕ ਕੋਈ ਨਹੀਂ ਹੈਗਾ। ਜਿਹੜੇ ਦਿਮਾਗ ਨਾਲ ਸੋਚ ਕੇ ਅਗਲਾ ਸਟੈਪ ਨਹੀਂ ਲੈਂਦੇ ਹੈਗੇ, ਦੇ ਆਰ no better than any animals in the world। ਬਿਲਕੁਲ, ਕਿਉਂਕਿ ਸਾਡਾ ਟਾਈਮ ਵੀ ਜਿਹੜਾ ਬਹੁਤ ਤੇਜ਼ੀ ਦੇ ਨਾਲ ਵੱਧਦਾ ਜਾ ਰਿਹਾ ਸਮਾਪਤੀ ਵੱਲ ਨੂੰ। ਤੇ ਖੁਸ਼ਵਿੰਦਰ ਜੀ, ਕੁਝ ਕੁ ਸੈਕਿੰਡਾਂ ਦੇ ਵਿੱਚ ਹਾਂਜੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦਿਓਗੇ ਕਿ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਹੋਈਆਂ, ਹਾਂਜੀ, ਜਿਹੜੇ ਉੱਥੇ ਦੇ ਪੋਲੀਟੀਸ਼ੀਅਨ ਸੀ ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਈਆਂ, ਜਿਹੜੇ ਆਪਣੇ ਪ੍ਰੈਜ਼ੈਂਟਰ ਨੇ ਜਿਹੜਾ ਲਾਈਵ ਸਾਰਾ ਕੁਝ ਆਪਣੀ ਅੱਖੀ ਦੇਖ ਕੇ ਇੱਥੇ ਦੱਸ ਕੇ ਗਏ ਨੇ, ਹਾਂਜੀ, ਕੀ ਤੁਸੀਂ ਜੱਜ ਕੀਤਾ ਕਿ ਕੀ ਹੋਣਾ ਚਾਹੀਦਾ? ਰਣਜੀਤ ਜੀ, ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਮੈਨੂੰ ਹਾਂਜੀ ਇਹੀ ਲੱਗਦਾ ਹੈ ਕਿ ਉੱਥੇ ਸਿਸਟਮ ਸਹੀ ਨਹੀਂ ਹੈਗਾ। ਜੇ ਉੱਥੇ ਸਿਸਟਮ ਸਹੀ ਹੋ ਜਾਵੇ ਤੇ ਆਪਣੇ ਆਪ ਹੀ ਹਾਲਾਤ ਕਾਫੀ ਸੁਧਾਰ ਆ ਜਾਏਗਾ। ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਤੇ ਪ੍ਰੋਗਰਾਮ ਜਿਹੜਾ ਹੈਗਾ ਆ ਬਹੁਤ ਤੇਜ਼ੀ ਦੇ ਨਾਲ ਸਮਾਪਤੀ ਵੱਲ ਵੱਧਦਾ ਜਾ ਰਿਹਾ, ਤੇ ਇਸ ਕਰਕੇ ਕਿਉਂਕਿ ਗੱਲਾਂ ਤੇ ਹੋਰ ਵੀ ਬਹੁਤ ਕੁਝ ਕਰਨਾ ਚਾਹੁੰਦੇ ਸੀ, ਪਰ ਇੱਥੇ ਹੀ ਸਮਾਪਤੀ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਇੱਧਰ ਜਾਰੀ ਰੱਖਾਂਗੇ। ਇਹ ਪ੍ਰੋਗਰਾਮ ਕਰਦਿਆਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝ ਕੇ ਮਾफ़ ਕਰਨਾ, ਤੇ ਗਾਂ ਵਾਸਤੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਕਿ ਸਮਤ ਬਖਸ਼ੇ ਤੇ ਵਧੀਆ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਈਏ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।